हेलो मैम। हेलो, गुड मॉर्निंग। हाँ जी, गुड मॉर्निंग मैम। जी जी, मैं स्क्रीन शेयर कर दी थी। हाँ जी मैम, ठीक है मैम। Myself Beba Chauhan and I am from Government ITI Women Berrygate Amritsar. There I am the instructor of Fashion Design Technology. I would like to thank our Deputy Director Mr. Vijendra Dhawan and other officials of Department of Technical Education and Industrial Training Wing who has given me the great platform of NIMI. The topic on which I am going to speak is brief study of boutique and garment production unit. Hanji, next. ਸੋ ਸਭ ਤੋਂ ਪਹਿਲੇ ਟੌਪਿਕ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਆਪਣੀ ਆਈਟੀਆਈ ਬਾਰੇ ਕੁਝ ਜਾਣਕਾਰੀ ਦੇਣਾ ਚਾਹਨੀ ਆ। ਮੇਰੀ ਆਈਟੀਆਈ ਦਾ ਨਾਮ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੋਇਆ ਹੈ ਕਿ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਵੂਮਨ ਹੈ ਬੈਰੀਗੇਟ ਅੰਮ੍ਰਿਤਸਰ ਦੇ ਵਿਖੇ। ਤੇ ਉਹਦੇ ਚ ਜਿਹੜੀਆਂ ਟ੍ਰੇਡਸ ਚੱਲਦੀਆਂ ਨੇ ਉਹ ਨੇ ਕਟਿੰਗ, ਟੇਲਰਿੰਗ ਐਂਡ ਐਮਬਰਾਇਡਰੀ ਇੰਸਟ੍ਰਕਟਰ ਐਂਡ ਐਮਬਰਾਇਡਰੀ ਐਂਡ ਟੀਚਰ ਟ੍ਰੇਨਿੰਗ 1 ਸਾਲ ਦੀ ਟ੍ਰੇਡ ਹੈ। ਸੂਇੰਗ ਟੈਕਨੋਲੋਜੀ, ਕਟਾਈ ਸਿਲਾਈ ਦਾ ਕੰਮ ਸਿਖਾਇਆ ਜਾਂਦਾ ਹੈ ਇਸ ਟ੍ਰੇਡ ਦੇ ਵਿੱਚ, ਇਹ ਵੀ 1 ਸਾਲ ਦੀ ਟ੍ਰੇਡ ਹੈ। ਸਰਫੇਸ ornamentation ਟੈਕਨੀਕ, ਹੱਥ ਦੀ ਤੇ ਮਸ਼ੀਨ ਦੀ ਕਢਾਈ ਸਿਖਾਈ ਜਾਂਦੀ ਹੈ ਇਸ ਟ੍ਰੇਡ ਦੇ ਵਿੱਚ, ਇਹ ਵੀ 1 ਸਾਲ ਦੀ ਟ੍ਰੇਡ ਹੈ। ਫੈਸ਼ਨ ਡਿਜ਼ਾਈਨ ਟੈਕਨੋਲੋਜੀ, ਫੈਸ਼ਨ ਅੱਜ ਕੱਲ ਜਿਹੜਾ ਬਹੁਤ ਲੇਟੈਸਟ ਚੱਲ ਰਿਹਾ ਹੈ ਚੀਜ਼ਾਂ, ਉਹਦੇ ਰਿਲੇਟਡ ਟ੍ਰੇਡ ਹੈ ਜਿਹਦੇ ਵਿੱਚ ਸਾਰਾ ਕੁਝ ਸਕੈਚਿੰਗ, ਡਿਜ਼ਾਈਨਿੰਗ, ਕਟਿੰਗ, ਸਟਿਚਿੰਗ ਸਿਖਾਈ ਜਾਂਦੀ ਹੈ, ਇਹ ਵੀ 1 ਸਾਲ ਦੀ ਟ੍ਰੇਡ ਹੈ। ਬੇਸਿਕ ਕਾਸਮੋਲੋਜੀ ਜਿਹੜੀ ਬਿਊਟੀ ਦੇ ਨਾਲ ਰਿਲੇਟਡ ਹੈ, ਇਹ ਵੀ 1 ਸਾਲ ਦੀ ਟ੍ਰੇਡ ਹੈ, ਸਾਡੇ ਇੰਸਟੀਚਿਊਟ ਦੇ ਵਿੱਚ ਚੱਲਦੀ ਹੈ। ਡਰਾਫਟਮੈਨ ਸਿਵਲ 2 ਸਾਲਾਂ ਦੀ ਟ੍ਰੇਡ ਹੈ ਜਿਹਦੇ ਵਿੱਚ ਨਕਸ਼ੇ ਬਣਾਉਣੇ ਸਿਖਾਏ ਜਾਂਦੇ ਨੇ ਇਮਾਰਤਾਂ ਦੇ, ਤੇ ਇਹ ਬਹੁਤ ਹੀ ਜਿਹੜੀ ਹੈ ਇਨਹੈਟਡ। ICTSM ਜਿਹਦੇ ਵਿੱਚ ਇਲੈਕਟ੍ਰੋਨਿਕਸ ਬਾਰੇ, ਕੰਪਿਊਟਰਸ ਬਾਰੇ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਇਹ ਵੀ 2 ਸਾਲਾਂ ਦੀ ਟ੍ਰੇਡ ਜਿਹੜੀ ਸਾਡੇ ITI ਦੇ ਵਿੱਚ, ਗਵਰਨਮੈਂਟ ITI ਜਿਹੜੀ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਵੂਮਨਸ ਬੈਰੀਗੇਟ ਹੈ ਉਹਦੇ ਵਿੱਚ ਚੱਲਦੀ ਹੈ। ਤੇ ਸਾਡੇ ਪ੍ਰਿੰਸੀਪਲ ਨੇ ਕਿਰਪਾਲ ਜੀ, ਸਰਦਾਰ ਕਿਰਪਾਲ ਸਿੰਘ ਜੀ, ਉਹਨਾਂ ਦਾ ਮੋਬਾਈਲ ਨੰਬਰ ਹੈ 9815791144। ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਐਡਮਿਸ਼ਨ ਦੇ ਰਿਲੇਟਡ, ਤੇ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ। ਹੁਣ ਅਸੀਂ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਵੀਕ ਨੰਬਰ 44 ਦੇ ਵਿੱਚ ਟੌਪਿਕ ਆ ਰਿਹਾ ਹੈ ਬੁਟੀਕ। ਬੁਟੀਕ ਕੀ ਹੁੰਦੀ ਹੈ ਤੇ ਗਾਰਮੈਂਟ ਪ੍ਰੋਡਕਸ਼ਨ ਯੂਨਿਟ ਕੀ ਹੁੰਦੇ ਹੈ। ਅਸੀਂ ਕੋਈ ਵੀ ਚੀਜ਼ ਫੈਸ਼ਨ ਦੇ ਵਿੱਚ ਸ਼ੁਰੂ ਕਰਨ ਵੇਲੇ ਸਾਨੂੰ ਇੱਕ ਚੀਜ਼ ਅਸੀਂ ਸੁਣੀ ਹੈ ਕਿ ਸਭ ਨੇ ਬੁਟੀਕ ਖੋਲੀ ਹੁੰਦੀ ਹੈ। ਸੋ ਅੱਜ ਡਿਟੇਲ ਚ ਜਾਣਾਂਗੇ ਬੁਟੀਕ ਕੀ ਹੁੰਦੀ ਹੈ ਤੇ ਫੈਕਟਰੀ ਦੇ ਵਿੱਚ ਕੰਮ ਕਿੱਦਾਂ ਹੁੰਦਾ ਹੈ, ਇਹਦੇ ਬਾਰੇ ਅਸੀਂ ਅੱਜ ਜਾਣਕਾਰੀ ਦੇਵਾਂਗੇ। ਤੇ ਫੈਕਟਰੀ ਚ ਕੰਮ ਕਰਨ ਵਾਲੇ ਜਿਹੜੇ ਯੂਨਿਟ ਹੈ ਉਹ 2 ਦੇ ਵਿੱਚ ਡਿਵਾਈਡ ਨੇ। ਉਸ ਤੋਂ ਬਾਅਦ ਬੁਟੀਕ, ਅਸੀਂ ਬੁਟੀਕ ਨੂੰ ਡਿਸਕਸ ਕਰਨ ਲੱਗੇ ਹਾਂ। ਬੁਟੀਕ, ਪ੍ਰੋਨਾਉਂਸ ਬੁਟੀਕ ਇਜ਼ ਅ ਫ੍ਰੈਂਚ ਵਰਡ ਫॉर ਸ਼ਾਪ। ਬੁਟੀਕ ਦਾ ਉਚਾਰਨ ਬੁਟੀਕ ਕਹਿ ਕੇ ਕੀਤਾ ਜਾਂਦਾ ਹੈ ਤੇ ਬੁਟੀਕ ਦੁਕਾਨ ਲਈ ਇੱਕ ਫਰਾਂਸੀਸੀ ਸ਼ਬਦ ਹੈ। The term has come to mean a shop associated with one or few kind of merchandise. ਇਸ ਸ਼ਬਦ ਦਾ ਅਰਥ ਦੁਕਾਨ ਨਾਲ ਜੁੜਿਆ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਪ੍ਰੋਡਕਟਸ ਵੇਚਣ ਲਈ ਰੱਖੇ ਜਾਂਦੇ ਹਨ। The first step in the meeting the challenge of couture customers buying more ready to wear was the creation of couture boutiques. ਇਹ ਕਾਊਚਰ ਗਾਹਕਾਂ ਦੀ ਵਧੇਰੇ ਤਿਆਰ ਕੱਪੜੇ ਦੇ ਖਰੀਦਣ ਦੀ ਚੁਣੌਤੀ ਨੂੰ ਪੂਰਾ ਕਰਨ ਦਾ ਪਹਿਲਾ ਕਦਮ ਸੀ। ਬਾਇੰਗ ਮੋਰ ਰੈਡੀ ਟੂ ਵੇਅਰ ਗਾਰਮੈਂਟਸ ਦੀ ਜਿਹੜੀ ਡਿਮਾਂਡ ਸੀ ਉਹਨੂੰ ਪੂਰਾ ਕਰਨ ਲਈ ਪਹਿਲਾ ਕਦਮ ਸੀ। ਯੂਜੂਅਲੀ ਲੋਕੇਟਡ ਔਨ ਲੋਅਰ ਫਲੋਰ ਆਫ ਦਾ ਸੇਮ ਬਿਲਡਿੰਗ ਦੈਟ ਹਾਊਸਿਸ ਦਾ couture showrooms. ਬੁਟੀਕਸ ਨੂੰ ਖੋਲਣਾ ਜੋ ਆਮ ਤੌਰ ਤੇ ਉਸ ਇਮਾਰਤ ਦੇ ਹੇਠਲੇ ਹਿੱਸੇ ਤੇ ਬਣਾਈ ਜਾਂਦੀ ਸੀ ਜਿਸ ਵਿੱਚ couture showroom ਹੁੰਦੇ ਸੀ। ਸੋ ਐਸ ਕਿੱਥੇ ਸਥਿਤ ਹੁੰਦੀ ਸੀ ਜਿਹੜੀ ਉਹ ਇਮਾਰਤ ਜਿਹਦੇ ਵਿੱਚ couture ਜਿਹੜੇ ਖਾਸ ਕਿਸਮ ਦੇ ਗ੍ਰਾਹਕਾਂ ਵਾਸਤੇ ਜਿਹੜੇ ਤਿਆਰ ਕੱਪੜੇ ਤਿਆਰ ਜਾਂਦੇ ਸੀ, ਉਸੇ ਬਿਲਡਿੰਗ ਦੇ ਵਿੱਚ ਇੱਕ ਹੇਠਲਾ ਇੱਕ ਜਿਹੜੀ ਜਗ੍ਹਾ ਹੈ ਉਹ ਸ਼ੋਰੂਮ ਨੂੰ, ਇੱਕ ਬੁਟੀਕ ਨੂੰ ਦਿੱਤੀ ਜਾਂਦੀ ਸੀ। Most well-known Paris couture houses now have their own couture boutiques. ਅੱਜ ਕੱਲ ਜਿਹੜੇ ਪੈਰਿਸ ਦੇ ਹਾਊਸਿਸ ਨੇ, ਪੈਰਿਸ ਦੇ ਜਿਹੜੇ ਖਾਸ ਜਿੰਨੇ ਹਾਊਸਿਸ ਨੇ ਉਹਨਾਂ ਦੀਆਂ ਆਪਣੀਆਂ ਬੁਟੀਕਸ ਨੇ, ਜਿਹੜੇ ਮਤਲਬ ਉਹਨਾਂ ਦੇ ਬ੍ਰਾਂਡਸ ਨੇ, ਉਹਨਾਂ ਦੀਆਂ ਆਪਣੀਆਂ ਬੁਟੀਕਸ ਹੁਣ ਇਸ ਵੇਲੇ ਹੈ। They feature unusual and exclusive fashion accessories as well as limited lines of ਹੁਣ ਉਹਨਾਂ ਦਾ ਕੀ ਕੰਮ ਹੈ ਕਿ ਕਸਟਮਰ ਜਿਹੜਾ ਕਿ ਉਹਨਾਂ ਦੇ ਕਲਾਇੰਟ ਹੁੰਦਾ ਹੈ ਧਿਆਨ ਵਿੱਚ ਰੱਖ ਕੇ ਉਹਨਾਂ ਵਿੱਚ ਉਹਨਾਂ ਦੇ ਆਰਡਰ ਦੇ ਕੱਪੜੇ ਤਿਆਰ ਅਤੇ ਜ਼ਰੂਰੀ ਫੈਸ਼ਨ ਦੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਹ ਬੁਟੀਕ ਵਿੱਚ ਅਸਾਧਾਰਨ ਅਤੇ ਵਿਸ਼ੇਸ਼ ਫੈਸ਼ਨ ਦੀਆਂ ਐਕਸੈਸਰੀਜ਼ ਦੇ ਨਾਲ ਕੱਪੜਿਆਂ ਨੂੰ ਰੱਖਦੇ ਨੇ। ਬੁਟੀਕ ਵਿੱਚ ਬੁਟੀਕ ਦੀਆਂ ਚੀਜ਼ਾਂ ਆਮ ਤੌਰ ਤੇ ਕਾਊਚਰ ਹਾਊਸ ਦੇ ਮੈਂਬਰਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ। ਇਹਨੀਆਂ ਚੀਜ਼ਾਂ ਨੇ ਕਾਊਚਰ ਹਾਊਸ ਜਿਹੜਾ ਬਣਾਇਆ ਗਿਆ ਵੈ ਉਹਨਾਂ ਦੇ ਮੈਂਬਰਸ ਦੇ ਦੁਆਰਾ ਹੀ ਤਿਆਰ ਕੀਤੀਆਂ ਜਾਂਦੀਆਂ ਹਨ।
ਸਮਟਾਈਮਸ ਮੇਡ ਇਨ couture showrooms, ਕਿਸੇ ਵੇਲੇ ਉਹਨਾਂ ਨੂੰ ਸ਼ੋਰੂਮਸ ਦੇ ਵਰਕਰੂਮਸ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਹੜੇ ਖਾਸ ਉਹਦੇ ਵਾਸਤੇ ਜਿਹੜੇ ਵਰਕਰੂਮਸ ਬਣੇ ਆ, ਐਂਡ ਆਲ ਵੀਅਰ ਦਾ ਸੇਮ ਫੇਮਸ ਲੇਬਲਸ, ਤੇ ਸਾਰੇ ਜਿਹੜੇ ਵੀ ਲੇਟੈਸਟ ਲੇਬਲਸ, ਜਿੱਦਾਂ ਹੁਣ ਕੋਈ ਵੀ ਫੈਸ਼ਨ ਦੇ ਪ੍ਰੋਡਕਟਸ ਜਿਹੜੇ ਮਹਿੰਗੇ ਚੱਲ ਰਹੇ ਆ, ਉਹਨਾਂ ਨੂੰ ਡਿਸਪਲੇ ਕੀਤਾ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਕਸਟਮਰਸ ਦੀ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ। ਇਸ ਕਰਕੇ ਬੁਟੀਕ ਇੱਕ ਇਹੋ ਜਿਹੀ ਜਗ੍ਹਾ ਹੈ ਜਿਹਦੇ ਵਿੱਚ ਕਸਟਮਰਸ ਦੀ ਡਿਮਾਂਡ ਨੂੰ ਰੱਖ ਕੇ, ਕਸਟਮਰ ਨੂੰ ਇੱਕ ਖਾਸ ਕਸਟਮਰ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਵੈ ਗਾਰਮੈਂਟਸ ਤਿਆਰ ਕੀਤੇ ਜਾਂਦੇ ਨੇ, ਉਹਨੂੰ ਅਸੀਂ ਬੁਟੀਕ ਕਹਿੰਦੇ ਆ। ਗਾਰਮੈਂਟ ਪ੍ਰੋਡਕਸ਼ਨ ਯੂਨਿਟ, ਹੁਣ ਅਸੀਂ ਗਾਰਮੈਂਟ ਪ੍ਰੋਡਕਸ਼ਨ ਯੂਨਿਟ ਤੋਂ ਪਹਿਲੇ ਅਸੀਂ ਗਾਰਮੈਂਟ ਪ੍ਰੋਡਕਸ਼ਨ ਕੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਲਵਾਂਗੇ। Garment assembly is a basic requirement of the clothing and fashion design, which involves a conversion of raw materials into a stitched and wearable piece of clothing. Garment ਨੂੰ ਇਕੱਠਾ ਕਰਕੇ ਆਪਸ ਵਿੱਚ ਜੋੜਨਾ ਫੈਸ਼ਨ ਡਿਜ਼ਾਈਨ ਦੀ ਮੂਲ ਜ਼ਰੂਰਤ ਹੈ, ਜਿਸ ਵਿੱਚ ਕੱਚੇ ਪਦਾਰਥਾਂ ਨੂੰ ਇੱਕ ਸਿਲਾਈ ਅਤੇ ਪਹਿਨਣਯੋਗ ਕੱਪੜੇ ਦੇ ਟੁਕੜੇ ਵਿੱਚ, ਮਤਲਬ ਉਹਨੂੰ ਜਿਹੜਾ ਵੈ ਪਹਿਨਣਯੋਗ ਕੱਪੜੇ ਦੇ ਵਿੱਚ ਕਨਵਰਟ ਕਰਨਾ ਹੁੰਦਾ ਹੈ, ਗਾਰਮੈਂਟ ਵਿੱਚ ਤਬਦੀਲ ਕਰਨਾ ਹੁੰਦਾ ਹੈ, ਉਹਨੂੰ ਅਸੀਂ ਜਿਹੜਾ ਵੈ ਗਾਰਮੈਂਟ ਪ੍ਰੋਡਕਸ਼ਨ ਕਹਿੰਦੇ ਆ। ਇੱਕ ਪੂਰਾ ਗਾਰਮੈਂਟ ਤਿਆਰ ਕਰਨ ਲਈ, ਉਸ ਤੋਂ ਬਾਅਦ ਅਸੀਂ ਟੂ ਮੇਕ ਅ ਕੰਪਲੀਟ ਗਾਰਮੈਂਟ assembling is required for different parts of a garment. ਇੱਕ ਪੂਰਾ ਗਾਰਮੈਂਟ ਤਿਆਰ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਦੇ ਹਿੱਸਿਆਂ ਨੂੰ ਆਪਸ ਵਿੱਚ ਜੋੜਨਾ ਜ਼ਰੂਰੀ ਹੁੰਦਾ ਹੈ। The front and the back of the body, yoke, sleeves, collar, cuff, placket and pocket need to be assembled in order to make a basic shirt. ਇੱਕ ਬੇਸਿਕ ਸ਼ਰਟ ਤਿਆਰ ਕਰਨ ਲਈ ਉਸ ਦੀ ਬਾਡੀ ਦੇ ਅਗਲੇ ਅਤੇ ਪਿਛਲੇ ਹਿੱਸੇ, ਯੋਕ, ਬਾਜੂ, ਕਾਲਰ, ਕਫ ਨੂੰ ਸਿਲਾਈ ਨਾਲ ਜੋੜਨਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਇੱਕ ਸ਼ਰਟ ਤਿਆਰ ਹੁੰਦੀ ਹੈ। ਸੋ ਐਸੀ ਗਾਰਮੈਂਟ ਪ੍ਰੋਡਕਸ਼ਨ ਦੇ ਵਿੱਚ ਅਸੀਂ ਕਿੱਦਾਂ ਗਾਰਮੈਂਟ ਦੀ ਪ੍ਰੋਡਕਟ ਨੂੰ ਤਿਆਰ ਕਰਦੇ ਹਾਂ। ਹੁਣ ਗਾਰਮੈਂਟ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਦੇਖੋ ਕਿੱਦਾਂ ਹੁੰਦਾ ਹੈ ਕੰਮ। ਮੇਕ ਸਮਾਲ ਪਾਰਟਸ, ਪਹਿਲਾ ਜਿਹੜਾ ਟੌਪਿਕ ਹੈ, ਮੇਕ ਸਮਾਲ ਪਾਰਟਸ, ਛੋਟੇ ਪਾਰਟਸ ਜਿਹੜੇ ਆ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕਿ ਬਾਜੂ ਨੂੰ ਪਲੈਕਟ ਲਗਾਈ ਜਾਂਦੀ ਹੈ, ਕਫ ਰੈਡੀ ਕਰ ਲਿੱਤਾ ਜਾਂਦਾ ਹੈ ਸਾਈਡ ਤੇ, ਫਿਰ ਉਹਦੀ ਕਾਲਰ ਸਾਈਡ ਤੇ ਰੈਡੀ ਕਰ ਲਿੱਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਕੰਮ ਹੁੰਦਾ ਵੈ, ਇੱਕ ਜਣਾ ਜਿਹੜਾ ਵੈ ਉਹ ਬੈਕਸ ਰੈਡੀ ਕਰਦਾ ਹੈ ਤੇ ਦੂਸਰਾ ਜਿਹੜਾ ਵੈ ਉਹ ਫਰੰਟ ਰੈਡੀ ਕਰਦਾ ਹੈ। ਫਿਰ ਦੋਨੋਂ ਜਿਹੜੇ ਹੈ ਬੈਕਸ ਜਿਹੜੀਆਂ ਤੇ ਫਰੰਟ ਜਿਹੜੇ ਰੈਡੀ ਕੀਤੇ ਹੁੰਦੇ ਆ, ਅਗਲੇ ਜਿਹੜਾ ਸਟਿਚ ਵਾਲਾ ਕਰਨ ਵਾਲਾ ਕਾਰੀਗਰ ਹੁੰਦਾ ਹੈ ਉਹਨੂੰ ਇਹ ਦਿੱਤੀਆਂ ਜਾਂਦੀਆਂ ਨੇ ਤੇ ਉਹ ਬੈਕਸ ਤੇ ਜਿਹੜੀਆਂ ਫਰੰਟਸ ਨੂੰ ਆਪਸ ਚ ਜੋੜਦੇ ਆ। ਉਸ ਤੋਂ ਬਾਅਦ ਅਗਲਾ ਜਿਹੜਾ ਕਾਰੀਗਰ ਹੁੰਦਾ ਵੈ ਕਾਲਰਸ ਨੂੰ ਸੈੱਟ ਕਰਦਾ ਹੈ ਤੇ ਸਲੀਵਸ ਅਟੈਚ ਕਰਦਾ ਹੈ, ਤੇ ਲਾਸਟ ਵਾਲਾ ਜਿਹੜਾ ਕਾਰੀਗਰ ਹੈ ਉਹ ਗਾਰਮੈਂਟ ਨੂੰ ਪ੍ਰੈਸ ਕਰਕੇ ਉਹਦੇ ਐਕਸਟਰਾ ਧਾਗੇ ਕੱਢ ਕੇ ਉਹਨੂੰ ਫਿਨਿਸ਼ ਕਰਦਾ ਹੈ। ਸੋ ਇਹ ਗਾਰਮੈਂਟ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਹੁਣ ਗਾਰਮੈਂਟ ਪ੍ਰੋਡਕਸ਼ਨ ਯੂਨਿਟ ਜਿਹੜਾ ਵੈ ਉਹ ਅਸੀਂ ਦੋ ਹਿੱਸਿਆਂ ਚ ਡਿਵਾਈਡ ਕਰਦੇ ਹਾਂ। ਫੈਕਟਰੀ ਪ੍ਰੋਡਕਸ਼ਨ ਸਿਸਟਮ, ਫੈਕਟਰੀ ਪ੍ਰੋਡਕਸ਼ਨ ਸਿਸਟਮ ਦੇ ਵਿੱਚ ਪ੍ਰੋਗਰੈਸਿਵ ਬੰਡਲ ਸਿਸਟਮ ਆਉਂਦਾ ਹੈ, ਯੂਨਿਟ ਪ੍ਰੋਡਕਸ਼ਨ ਸਿਸਟਮ ਆਉਂਦਾ ਹੈ, ਮੋਡੂਲਰ ਪ੍ਰੋਡਕਸ਼ਨ ਸਿਸਟਮ ਆਉਂਦਾ ਹੈ। ਇਹ ਤਿੰਨ ਪ੍ਰੋਡਕਸ਼ਨ ਸਿਸਟਮ ਜਿਹੜੇ ਹੈ ਫੈਕਟਰੀ ਪ੍ਰੋਡਕਸ਼ਨ ਸਿਸਟਮ ਦੇ ਅੰਡਰ ਆਉਂਦੇ ਨੇ। ਅਸੀਂ ਇਹ ਕਿਉਂ ਡਿਸਕਸ ਕਰ ਰਹੇ ਹਾਂ, ਕਿਉਂਕਿ ਬੁਟੀਕ ਤੇ ਸਭ ਨੂੰ ਪਤਾ ਹੈ ਕੀ ਹੁੰਦੀ ਹੈ ਤੇ ਕਿੱਦਾਂ ਖੋਲੀ ਜਾਂਦੀ ਹੈ, ਪਰ ਜੇ ਕਿਸੇ ਨੇ ਆਪਣੇ ਕਿੱਤੇ ਦੇ ਵਿੱਚ ਕੁਝ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਣਾ ਹੈ ਤੇ ਉਹਨੂੰ ਪ੍ਰੋਡਕਸ਼ਨ ਦੇ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। Production systems are needed to enable companies to produce the largest number of products effectively and efficiently for lower cost, but at the required quality. Production system ਜਿਹੜਾ ਕਿ ਕੰਪਨੀਆਂ ਨੂੰ ਸਭ ਤੋਂ ਵੱਧ ਉਤਪਾਦਨ ਨੂੰ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਘੱਟ ਲਾਗਤ ਵਿੱਚ ਪਰ ਲੋੜੀਂਦੀ ਕੁਆਲਿਟੀ ਵਿੱਚ ਤਿਆਰ ਕਰਨ ਯੋਗ ਬਣਾਉਂਦਾ ਹੈ। ਮਤਲਬ ਉਹਦਾ ਮੇਨ ਕੰਮ ਹੁੰਦਾ ਕਿ ਕੁਆਲਿਟੀ ਪ੍ਰੋਡਕਟ ਨੂੰ ਰੈਡੀ ਕਰਨਾ। Garments production system is an integration of material handling, production processes, personnel and equipments that direct workflow and generate finished products. ਹੁਣ ਉਸ ਤੋਂ ਬਾਅਦ ਪ੍ਰੋਡਕਸ਼ਨ ਗਾਰਮੈਂਟ ਪ੍ਰੋਡਕਸ਼ਨ ਸਿਸਟਮ ਜਿਹੜਾ ਹੁੰਦਾ ਹੈ ਉਹਦੇ ਵਿੱਚ ਵਰਤੇ ਜਾਣ ਵਾਲੇ ਰॉ ਮਟੀਰੀਅਲ ਨੂੰ ਸਹੀ ਤਰ੍ਹਾਂ ਪ੍ਰਯੋਗ ਕਰਨਾ, ਪ੍ਰੋਡਕਸ਼ਨ ਦੀਆਂ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣਾ, ਕੰਮ ਕਰਨ ਵਾਲੇ ਦੇ ਕਰਮਚਾਰੀਆਂ ਅਤੇ ਵਰਤੇ ਜਾਣ ਵਾਲੇ ਉਪਕਰਨਾਂ ਦਾ ਸਹੀ ਇਸਤੇਮਾਲ ਕਰਨਾ। ਇਹੀ ਜਿਹੜਾ ਹੈ ਜੋ ਤਿਆਰ ਪ੍ਰੋਡਕਟ ਨੂੰ ਤਿਆਰ ਕਰਨ ਵਾਸਤੇ, ਫਿਨਿਸ਼ ਕਰਨ ਵਾਸਤੇ ਬਣਾਇਆ ਜਾਂਦਾ ਹੈ, ਉਹਨੂੰ ਸਹੀ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਪ੍ਰੋਡਕਸ਼ਨ ਯੂਨਿਟਸ ਨੂੰ ਅਸੀਂ ਇਸਤੇਮਾਲ ਕਰਦੇ ਹਾਂ। Simply, it is a way how the two-dimensional fabric is being converted into three-dimensional garment in a manufacturing system. ਸਾਧਾਰਨ ਤੌਰ ਤੇ ਇਹ ਇੱਕ ਤਰੀਕਾ ਹੈ ਜਿਸ ਵਿੱਚ ਕਿਵੇਂ ਉਤਪਾਦਨ ਪ੍ਰਣਾਲੀ ਦਾ ਇਸਤੇਮਾਲ ਕਰਕੇ 2D ਕੱਪੜੇ ਮਤਲਬ ਨਾਰਮਲ ਫੈਬਰਿਕ ਨੂੰ 3D ਗਾਰਮੈਂਟ ਦੇ ਵਿੱਚ ਸੁਚਾਰੂ ਢੰਗ ਨਾਲ ਤਬਦੀਲ ਕਰਨਾ। ਨਾਰਮਲ ਕੱਪੜਾ ਆਉਂਦਾ ਹੈ ਉਹਨੂੰ ਕੱਟ ਕੇ ਸਟਿਚ ਕਰਕੇ ਇੱਕ ਅਸੀਂ ਗਾਰਮੈਂਟ ਦਾ ਜਿਹੜਾ ਰੂਪ ਦੇ ਦਿੰਦੇ ਆ,
ਉਹ ਅਸੀਂ ਜਿਹੜਾ ਰੈਡੀ ਕਰਨੇ ਆ ਉਹ ਪ੍ਰੋਡਕਸ਼ਨ ਸਿਸਟਮ ਦਾ ਕੰਮ ਹੁੰਦਾ ਹੈ। ਵੱਖ-ਵੱਖ ਕਿਸਮ ਦੇ ਸਿਸਟਮ ਨੂੰ ਲਾਗੂ ਕਰਨ ਕਰਕੇ ਕੱਪੜੇ ਬਣਾਏ ਜਾ ਸਕਦੇ ਨੇ। ਕਿਸੇ ਵਿਅਕਤੀ ਦੁਆਰਾ ਜਾਂ ਛੋਟੇ ਟੇਲਰਾਂ ਦੁਆਰਾ ਵਰਤਿਆ ਜਾਂਦਾ ਕੱਪੜਾ ਉਤਪਾਦਨ ਦਾ ਸਿਸਟਮ ਫੈਕਟਰੀਆਂ ਵਿੱਚ ਵਰਤੇ ਜਾਣ ਵਾਲੇ ਉਤਪਾਦਨ ਕਰਨ ਵਾਲੇ ਸਿਸਟਮ ਨਾਲੋਂ ਵੱਖਰਾ ਹੁੰਦਾ ਹੈ। ਸੋ ਦ ਗਾਰਮੈਂਟ ਪ੍ਰੋਡਕਸ਼ਨ ਸਿਸਟਮ ਯੂਜ਼ਡ ਬਾਈ ਐਨ ਇੰਡੀਵਿਜੂਅਲ ਔਰ ਸਮਾਲ ਟੇਲਰਸ ਦਾ ਜਿਹੜਾ ਹੈ ਉਹ ਅਲੱਗ ਹੁੰਦਾ ਹੈ। ਜਿਹੜੇ ਛੋਟੇ ਟੇਲਰਸ ਹੁੰਦੇ ਨੇ ਉਹ ਅਲੱਗ ਤਰ੍ਹਾਂ ਕੰਮ ਕਰਦੇ ਨੇ ਤੇ ਜਿਹੜਾ ਫੈਕਟਰੀ ਦੇ ਵਿੱਚ ਸਿਸਟਮ ਦੇ ਵਿੱਚ ਕੰਮ ਕਰਨਾ ਉਹ ਬਿਲਕੁਲ ਅਲੱਗ ਹੁੰਦਾ ਹੈ। ਹੁਣ ਸਭ ਤੋਂ ਪਹਿਲੇ ਅਸੀਂ ਇੰਡੀਵਿਜੂਅਲ ਸਿਸਟਮ ਦੀ ਗੱਲ ਕਰਾਂਗੇ। ਇੰਡੀਵਿਜੂਅਲ ਸਿਸਟਮ ਕੀ ਹੁੰਦਾ ਹੈ? It is the traditional method of production in which one operator or small team is made one complete garment at a time by carrying out all the sewing processes necessary to assemble a garment. ਇਹ ਉਤਪਾਦਨ ਦਾ ਟ੍ਰੈਡੀਸ਼ਨਲ ਬਹੁਤ ਹੀ ਪੁਰਾਣਾ ਚੱਲਿਆ ਜਾਣ ਤਰੀਕਾ ਹੈ ਜਿਸ ਵਿੱਚ ਇੱਕ ਕੰਮ ਕਰਨ ਵਾਲਾ ਜਾਂ ਇੱਕ ਛੋਟੀ ਟੀਮ ਇੱਕ ਖਾਸ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਗਾਰਮੈਂਟ ਦੇ ਅਲੱਗ-ਅਲੱਗ ਹਿੱਸਿਆਂ ਨੂੰ ਆਪਸ ਵਿੱਚ ਸਿਲਾਈ ਕਰਕੇ ਜੋੜ ਕੇ ਤਿਆਰ ਕਰਦੇ ਹਨ। ਸੋ ਇਹ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਛੋਟੀ ਟੀਮ ਜਾਂ ਕੋਈ ਇੱਕ ਇਕੱਲਾ ਆਪਰੇਟਰ ਕੰਮ ਕਰਦਾ ਹੈ। The operator can also make fabric according to his or own method of work. ਜਿਹੜਾ ਆਪਰੇਟਰ ਹੁੰਦਾ ਹੈ ਉਹ ਪੈਟਰਨ ਬਣਾਉਂਦਾ ਹੈ ਤੇ ਕੱਪੜੇ ਨੂੰ ਕੱਟਦਾ ਹੈ ਆਪਣੇ ਕੰਮ ਕਰਨ ਦੇ ਤਰੀਕੇ ਦੇ ਨਾਲ। After completion of assembling one single garment, ਇੱਕ ਸਿੰਗਲ ਗਾਰਮੈਂਟ ਨੂੰ ਤਿਆਰ ਕਰਨ ਤੋਂ ਬਾਅਦ the operator will start assembling the next one and so on. ਤੇ ਆਪਰੇਟਰ ਜਿਹੜਾ ਕੰਮ ਕਰਨ ਵਾਲਾ ਹੈ, ਜਿਹੜਾ ਮਤਲਬ ਸਿਲਾਈ ਕਰਨ ਵਾਲਾ, ਇੱਕ ਤਿਆਰ ਮਾਲ ਰੈਡੀ ਕਰਨ ਵਾਲਾ ਹੈ, ਉਹ ਫਿਰ ਦੂਸਰਾ ਗਾਰਮੈਂਟ ਫੜਦਾ ਹੈ। ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਗਾਰਮੈਂਟਸ ਨਹੀਂ ਬਣਾਏ ਜਾ ਸਕਦੇ। ਇਸ ਵਿੱਚ ਇੱਕੋ ਗਾਰਮੈਂਟ ਜਿਹੜਾ ਵਾ ਇੱਕ ਜਿਹੜਾ ਕਾਰੀਗਰ ਰੈਡੀ ਕਰਦਾ ਹੈ। This type of garment assembly system is effective when varieties of garments are required to be produced in small quantities. ਜਦੋਂ ਅਸੀਂ ਗਾਰਮੈਂਟਸ ਘੱਟ ਮਾਤਰਾ ਦੇ ਵਿੱਚ ਤਿਆਰ ਕਰਦੇ ਹਾਂ ਤੇ ਸਿਸਟਮ ਹੈ ਬਹੁਤ ਕਾਰਗਰ ਸਾਬਤ ਹੁੰਦਾ ਹੈ। The individual system of assembling garment is more common with homemakers, local tailors, boutique etc. ਜਿਹੜਾ ਇੰਡੀਵਿਜੂਅਲ ਸਿਸਟਮ ਹੈ ਇਹ ਜਿਹੜਾ ਗਾਰਮੈਂਟਸ ਵਿੱਚ ਦਾ ਸਿਸਟਮ ਹੈ ਇਹ ਖਾਸ ਕਰਕੇ ਜਿਹੜੇ ਛੋਟੇ ਹੋਮ ਮੇਕਰਸ ਹੁੰਦੇ ਆ, ਘਰ ਵਿੱਚ ਸਿਲਾਈ ਕਰਨ ਵਾਲੇ ਹੁੰਦੇ ਆ, ਲੋਕਲ ਟੇਲਰਸ ਕਾਰੀਗਰ ਤੇ ਬੁਟੀਕ ਚਲਾਉਣ ਵਾਲੇ ਹੁੰਦੇ ਆ, ਉਹਨਾਂ ਵਾਸਤੇ ਬਹੁਤ ਕਾਰਗਰ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਇੱਕੋ ਆਪਰੇਟਰ ਇੱਕੋ ਸਿਲਾਈ ਕਰਨ ਵਾਲਾ ਕੰਮ ਕਰਦਾ ਹੈ। Advantages: it has a quick throughput time and easy to supervise. ਕੰਮ ਜਲਦੀ ਅਤੇ ਸਮੇਂ ਸਿਰ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਵਿੱਚ ਨਿਗਰਾਨੀ ਕਰਨਾ ਆਸਾਨ ਹੁੰਦਾ ਹੈ। No problem of absenteeism. ਕਾਰੀਗਰ ਦੇ ਗੈਰ ਹਾਜ਼ਰੀ ਦੀ ਕੋਈ ਸਮੱਸਿਆ ਨਹੀਂ ਹੁੰਦੀ ਕਿਉਂਕਿ ਇੱਕੋ ਕਾਰੀਗਰ ਕੰਮ ਕਰ ਰਿਹਾ ਹੁੰਦਾ, ਉਹਨੂੰ ਤਾਂ ਹੁੰਦਾ ਕਿ ਮੈਂ ਕੰਮ ਕੰਪਲੀਟ ਕਰਨਾ ਹੈ ਤੇ ਮੈਂ ਇੰਨੇ ਟਾਈਮ 'ਚ ਕੰਪਲੀਟ ਕਰਨਾ ਹੈ। ਸੋ ਜੇ ਉਹ ਐਬਸੈਂਟ ਹੁੰਦਾ ਤੇ ਉਹਦੀ ਪ੍ਰੋਬਲਮ ਉਹਨੂੰ ਖੁਦ ਹੀ ਸੋਲਵ ਕਰਨੀ ਪੈਂਦੀ ਹੈ। Disadvantages: high labor cost. ਮਜ਼ਦੂਰੀ ਜ਼ਿਆਦਾ ਹੁੰਦੀ ਹੈ, ਇੱਕ ਕਾਰੀਗਰ ਨੂੰ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਇਸ ਲਈ ਜ਼ਿਆਦਾ ਪੈਸਾ ਚੁਕਾਉਣਾ ਪੈਂਦਾ ਹੈ। Multi skilled operator is required for assembling. ਕੱਪੜੇ ਨੂੰ ਪੂਰਾ ਸਹੀ ਕੁਆਲਿਟੀ ਦਾ ਤਿਆਰ ਕਰਨ ਲਈ ਮਲਟੀ ਟੈਲੈਂਟਡ ਕਾਰੀਗਰ ਦੀ ਜ਼ਰੂਰਤ ਪੈਂਦੀ ਹੈ। ਇੱਕ ਐਸੇ ਕਾਰੀਗਰ ਦੀ ਜ਼ਰੂਰਤ ਪੈਂਦੀ ਹੈ ਜਿਹਨੂੰ ਸਾਰੇ ਕੰਮ ਕਰਨੇ ਆਉਂਦੇ ਹੋਣ, ਕਟਿੰਗ, ਸਟਿਚਿੰਗ, ਲੇਆਊਟ ਜਾਂ ਹੋਰ ਵੀ ਕੋਈ ਵੀ ਬਾਰੀਕੀਆਂ ਜਿਹੜੀਆਂ ਉਤਪਾਦ ਨੂੰ ਰੈਡੀ ਕਰਨ ਵਾਸਤੇ ਚਾਹੀਦੀਆਂ ਨੇ ਉਹ ਸਾਰੀਆਂ ਉਹਨੂੰ ਆਉਣੀਆਂ ਚਾਹੀਦੀਆਂ ਨੇ। ਲੋ ਪ੍ਰੋਡਕਟਿਵਿਟੀ, ਘੱਟ ਉਤਪਾਦਨ ਹੁੰਦਾ ਹੈ ਕਿਉਂਕਿ ਇੱਕੋ ਵਰਕਰ ਕੰਮ ਕਰ ਰਿਹਾ ਹੁੰਦਾ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਲੋਕ ਕੰਮ ਕਰ ਰਹੇ ਹੁੰਦੇ ਨੇ ਜਿਸ ਕਾਰਨ ਪ੍ਰੋਡਕਸ਼ਨ ਜਿਹੜੀ ਹੈ ਬਹੁਤ ਹਾਈ ਨਹੀਂ ਹੋ ਸਕਦੀ, ਲੋ ਕੁਆਂਟੀਟੀ ਜਿਹੜੀ ਹੈ ਹੁੰਦੀ ਹੈ। ਦਿਸ ਸਿਸਟਮ ਇਜ਼ ਲਿਮਿਟਡ ਟੂ couture ਐਂਡ ਸੈਂਪਲ ਮੇਕਿੰਗ। ਇਹ ਜਿਹੜੀ ਸਿਸਟਮ ਕਿੱਥੇ ਅਪਲਾਈ ਹੁੰਦਾ ਹੈ? ਜਿੱਥੇ ਬੁਟੀਕਸ ਹੁੰਦੀਆਂ ਨੇ ਤੇ ਜਿੱਥੇ ਸਿਰਫ ਸੈਂਪਲ ਮੇਕਿੰਗ ਦਾ ਕੰਮ ਕੀਤਾ ਜਾਂਦਾ ਹੈ ਜਾਂ ਛੋਟੇ ਸਤਰ ਤੇ ਕੰਮ ਕੀਤਾ ਜਾਂਦਾ ਹੈ ਉੱਥੇ ਇਹ ਸਿਸਟਮ ਜਿਹੜਾ ਅਪਲਾਈ ਹੁੰਦਾ ਹੈ। ਹੁਣ ਅਸੀਂ ਅੱਗੇ ਪੜਾਂਗੇ ਫੈਕਟਰੀ ਪ੍ਰੋਡਕਸ਼ਨ ਸਿਸਟਮ। When products are made in factory, there will be a system to ensure everything runs smoothly. ਜਦੋਂ ਉਤਪਾਦ ਇੱਕ ਫੈਕਟਰੀ ਵਿੱਚ ਬਣਾਏ ਜਾਂਦੇ ਹਨ ਤਾਂ ਇੱਕ ਕੋਈ ਵੀ ਸਿਸਟਮ ਅਜਿਹਾ ਹੋਵੇਗਾ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰਾ ਕੰਮ ਫੈਕਟਰੀ ਵਿੱਚ ਆਸਾਨੀ ਨਾਲ ਹੋ ਸਕੇ। These are generally referred to as a production system. ਇਹਨਾਂ ਨੂੰ ਜ਼ਿਆਦਾਤਰ production system ਕਿਹਾ ਜਾਂਦਾ ਹੈ ਜਿਸ ਦੇ ਆਧਾਰ ਤੇ ਜਿਹੜਾ ਵੈ ਕੰਮ ਫੈਕਟਰੀਜ਼ ਦੇ ਵਿੱਚ ਚੱਲਦਾ ਹੈ। Several different production systems are used in our industry for assembling a garment. ਇੱਕ ਪੂਰਾ ਗਾਰਮੈਂਟ ਤਿਆਰ ਕਰਨ ਲਈ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈ
ਪ੍ਰੋਡਕਸ਼ਨ ਸਿਸਟਮ ਜਿਹੜੇ ਆ ਅਪਣਾਏ ਜਾਂਦੇ ਨੇ। ਦ ਚੋਇਸ ਆਫ ਬੈਸਟ ਪ੍ਰੋਡਕਸ਼ਨ ਸਿਸਟਮ ਡਿਪੈਂਡਸ ਔਨ ਦਾ ਟਾਈਪ ਆਫ ਦਾ ਪ੍ਰੋਡਕਟ। ਜਿਹੜੀ ਅਸੀਂ ਪ੍ਰੋਡਕਸ਼ਨ ਸਿਸਟਮ ਦੀ ਚੋਇਸ ਕਰਨੀ ਉਹ ਕਿਹਦੇ ਤੇ ਡਿਪੈਂਡ ਕਰਦੀ ਹੈ ਕਿ ਅਸੀਂ ਕਿਹੜਾ ਪ੍ਰੋਡਕਟ ਬਣਾ ਰਹੇ ਹਾਂ, ਨੰਬਰ ਆਫ ਪ੍ਰੋਡਕਟ ਟੂ ਬੀ ਮੇਡ, ਕਿੰਨੇ ਅਸੀਂ ਗਿਣਤੀ ਦੇ ਵਿੱਚ ਪ੍ਰੋਡਕਟ ਬਣਾਉਣੇ ਆ, ਵੈਨ ਦਾ ਪ੍ਰੋਡਕਟਸ ਆਰ ਨੀਡਡ, ਤੇ ਉਹਦਾ ਟਾਈਮ ਕੀ ਹੈ, ਕਿੰਨੇ ਟਾਈਮ ਦੇ ਵਿੱਚ ਸਾਨੂੰ ਉਹ ਪ੍ਰੋਡਕਟ ਦੀ ਜ਼ਰੂਰਤ ਪਏਗੀ, ਸਾਈਜ਼ ਆਫ ਦਾ ਫੈਕਟਰੀ ਜਿਹੜੀ ਹੈ, ਫੈਕਟਰੀ ਦਾ ਸਾਈਜ਼ ਕੀ ਹੈ, ਇਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਅਸੀਂ ਕਿਹੜਾ ਫੈਕਟਰੀ ਦਾ ਪ੍ਰੋਡਕਸ਼ਨ ਸਿਸਟਮ ਅਸੀਂ ਇਸਤੇਮਾਲ ਕਰਨਾ ਹੈ। The most commonly used types of production systems are in garment industry are ਗਾਰਮੈਂਟ ਇੰਡਸਟਰੀ ਦੇ ਵਿੱਚ ਜਿਹੜਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਸਿਸਟਮ ਚੱਲਦੇ ਨੇ ਉਹ ਹੇਠਾਂ ਲਿਖੇ ਨੇ। ਪਹਿਲਾ ਹੈ ਪ੍ਰੋਗਰੈਸਿਵ ਬੰਡਲ ਸਿਸਟਮ ਜਿਹਨੂੰ PBS ਵੀ ਕਿਹਾ ਜਾਂਦਾ ਹੈ, ਜਿਹਨੂੰ UPS ਕਿਹਾ ਜਾਂਦਾ ਹੈ, ਮੋਡੂਲਰ ਪ੍ਰੋਡਕਸ਼ਨ ਸਿਸਟਮ ਜਿਹਨੂੰ MPS ਕਿਹਾ ਜਾਂਦਾ ਹੈ। ਨੈਕਸਟ ਪ੍ਰੋਗਰੈਸਿਵ ਬੰਡਲ ਸਿਸਟਮ ਤੁਸੀਂ ਪਿਕਚਰ 'ਚ ਦੇਖ ਰਹੇ ਹੋਵੋਗੇ ਕਿ ਬੰਡਲਸ ਬਣੇ ਹੈ, ਅਲੱਗ-ਅਲੱਗ ਕਾਊਂਟਰਸ ਤੇ ਬੰਡਲਸ ਬਣੇ ਹੈ। ਇਹ ਕੰਮ ਜਿਹੜਾ ਹੁੰਦਾ ਪ੍ਰੋਗਰੈਸਿਵ ਬੰਡਲ ਸਿਸਟਮ ਦੇ ਵਿੱਚ ਬੰਡਲਸ ਦੇ ਨਾਲ ਕੰਮ ਹੁੰਦਾ ਹੈ। ਨੈਕਸਟ ਫੀਚਰਸ ਆਫ ਪ੍ਰੋਗਰੈਸਿਵ ਬੰਡਲ ਸਿਸਟਮ। ਹੁਣ ਪ੍ਰੋਗਰੈਸਿਵ ਬੰਡਲ ਸਿਸਟਮ ਜਿਹੜਾ ਗਾਰਮੈਂਟ ਯੂਨਿਟ ਚਲਾਉਣ ਦੇ ਵਿੱਚ ਇੱਕ ਐਸਾ ਸਿਸਟਮ ਹੈ ਜਿਹੜਾ ਅਸੀਂ ਅਪਣਾ ਵੀ ਸਕਦੇ ਹਾਂ ਜੇ ਸਾਨੂੰ ਠੀਕ ਲੱਗਦਾ ਹੈ। ਅਸੀਂ ਪਹਿਲੇ ਵੇਖਣਾ ਹੈ ਕਿ ਸਾਨੂੰ ਕਿਹੋ ਜਿਹਾ ਗਾਰਮੈਂਟ ਰੈਡੀ ਕਰਨਾ ਹੈ, ਉਸ ਤੋਂ ਬਾਅਦ ਅਸੀਂ ਸਿਸਟਮ ਦੀ ਚੋਣ ਕਰਨੀ ਹੈ। ਸੋ ਪਹਿਲਾ ਸਿਸਟਮ ਜਿਹੜਾ ਵੈ ਉਹਦੇ ਫੀਚਰਸ ਕੀ, ਸੂਇੰਗ ਆਪਰੇਸ਼ਨਸ ਆਰ ਲੇਡ ਆਊਟ ਇਨ ਅ ਸੀਕੁਐਂਸ, ਸਿਲਾਈ ਆਪਰੇਸ਼ਨ ਕ੍ਰਮਵਾਰ ਰੱਖੇ ਜਾਂਦੇ ਨੇ, ਮਤਲਬ ਇੱਕ ਸੀਕੁਐਂਸ 'ਚ ਕੰਮ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਇੱਕ ਜਣਾ ਜਿਹੜਾ ਬੈਕ ਸਟਿਚ ਕਰ ਦਿੰਦਾ ਹੈ, ਦੂਸਰਾ ਫਰੰਟ ਸਟਿਚ ਕਰ ਦਿੰਦਾ ਹੈ, ਫਿਰ ਅਗਲਾ ਜਿਹੜਾ ਕਾਲਰ ਲਗਾ ਦਿੰਦਾ ਹੈ। ਸੋ ਹਰ ਇੱਕ ਨੂੰ ਇੱਕ ਸੀਕੁਐਂਸ ਦੇ ਵਿੱਚ ਲੈ ਕੇ ਕੰਮ ਕੀਤਾ ਜਾਂਦਾ ਹੈ। ਈਚ ਆਪਰੇਟਰ ਰਿਸੀਵਸ ਅ ਬੰਡਲ, ਡਸ ਹਿਸ ਵਰਕ ਐਂਡ ਰੀਟਾਈਜ਼ ਦਾ ਬੰਡਲ ਐਂਡ ਪਾਸਿਸ ਇਟ ਟੂ ਦਾ ਨੈਕਸਟ ਆਪਰੇਟਰ। ਹਰ ਆਪਰੇਟਰ ਇੱਕ ਬੰਡਲ ਪ੍ਰਾਪਤ ਕਰਦਾ ਹੈ, ਆਪਣਾ ਕੰਮ ਕਰਦਾ ਹੈ, ਕੰਮ ਕਰਕੇ ਬੰਡਲ ਦੁਬਾਰਾ ਬੰਦ ਕਰਦਾ ਹੈ ਅਤੇ ਇਸ ਨੂੰ ਅਗਲੇ ਕਾਰੀਗਰ ਨੂੰ ਦਿੰਦਾ ਹੈ। The garments are gradually assembled as they move through successive sub-assembly and main assembly operations in bundle form. ਕੱਪੜੇ ਹੌਲੀ ਹੌਲੀ ਇਕੱਠੇ ਕੀਤੇ ਜਾਂਦੇ ਹਨ ਜਿਹੜੇ ਕਿ ਸਬ ਅਸੈਂਬਲੀ ਤੇ ਆਖਿਰ ਤੇ ਜਦੋਂ ਗਾਰਮੈਂਟ ਪੂਰਾ ਤਿਆਰ ਹੁੰਦਾ ਹੈ ਉਸ ਪੜਾਅ ਤੱਕ ਬੰਡਲਸ ਦੇ ਰੂਪ ਵਿੱਚ ਭੇਜੇ ਜਾਂਦੇ ਹਨ। ਮਤਲਬ ਜਿੱਦਾਂ ਜਿੱਦਾਂ ਅਸੀਂ ਕੰਮ ਕਰੀ ਜੰਨੇ ਆ, ਆਪਣਾ ਆਪਣਾ ਬੰਡਲ ਬਣਾਈ ਜੰਨੇ ਆ ਤੇ ਅਲੱਗ ਅਲੱਗ ਕਾਰੀਗਰਸ ਨੂੰ ਅੱਗੇ ਬੰਡਲ ਜਿਹੜਾ ਪਾਸ ਹੋਈ ਜਾਂਦਾ ਹੈ। There is a storage facility such as rack, bin or table for storing the inter-process work between each operation. ਹਰ operation ਦੇ ਵਿੱਚ ਰੈਕ ਦੀ, ਬਿਨ ਦੀ, ਇੱਕ ਡਸਟਬਿਨ ਜਿਹਨੂੰ ਕਹਿੰਦੇ, ਇੱਕ ਬਿਨ ਮਤਲਬ ਇੱਕ ਡੂੰਘਾ ਜਿਹੜਾ ਵਾ ਕੋਈ ਵੀ ਮਟੀਰੀਅਲ ਹੋ ਸਕਦਾ ਹੈ ਜਿਹਦੇ ਵਿੱਚ ਅਸੀਂ ਸਟੋਰੇਜ ਕਰਨੀ ਹੈ ਬੰਡਲਸ ਦੀ। ਟੇਬਲਸ ਉਪਲਬਧ ਕੀਤੇ ਜਾਂਦੇ ਆ ਹਰ ਸੈਕਸ਼ਨ ਤੇ ਤਾਂ ਕਿ ਜਿਹੜੀ ਹੈ ਸਟੋਰੇਜ ਦੀ ਫੈਸਿਲਿਟੀ ਪ੍ਰੋਪਰਲੀ ਦਿੱਤੀ ਜਾ ਸਕੇ। Machines and operations are organized into sections according to the basic functions. ਬੁਨਿਆਦੀ ਕੰਮ ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਗਾਰਮੈਂਟਸ ਤਿਆਰ ਕੀਤੇ ਜਾਂਦੇ ਹਨ, ਮਸ਼ੀਨਾਂ ਤੇ ਅਲੱਗ-ਅਲੱਗ ਆਪਰੇਸ਼ਨਸ ਨੂੰ ਕੰਮ ਦੇ ਮੁਤਾਬਿਕ ਵੰਡਿਆ ਜਾਂਦਾ ਹੈ। Within each section, works are balanced according to the time required for each sub-function. ਹਰ ਇੱਕ ਭਾਗ ਦੇ ਅੰਦਰ ਕੰਮ ਨੂੰ ਹਰ ਕੰਮ ਪੂਰਾ ਕਰਨ ਲਈ ਸਹੀ ਸਮੇਂ ਵਿੱਚ ਵੰਡਿਆ ਜਾਂਦਾ ਹੈ। The amount of machinery for each operation is determined by the output required. ਹਰ ਇੱਕ ਕੰਮ ਨੂੰ ਪੂਰਾ ਕਰਨ ਲਈ ਮਸ਼ੀਨਰੀ ਦੀ ਮਾਤਰਾ, ਲੋੜੀਂਦੀ ਆਊਟਪੁੱਟ ਨੂੰ ਧਿਆਨ ਵਿੱਚ ਅਸੀਂ ਕਿੰਨਾ ਮਤਲਬ ਪ੍ਰੋਡਕਸ਼ਨ ਕਰਨੀ ਹੈ ਉਹਦੇ ਹਿਸਾਬ ਦੇ ਨਾਲ ਜਿਹੜੀ ਮਸ਼ੀਨਰੀ ਰੱਖੀ ਜਾਂਦੀ ਹੈ, ਧਿਆਨ ਵਿੱਚ ਰੱਖ ਕੇ ਉਸਦੀ ਜਿਹੜੀ ਹੈ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ। ਇਟ ਇਜ਼ ਯੂਜ਼ਡ ਇਨ ਸ਼ਰਟ ਫੈਕਟਰੀਜ਼, ਜੀਨ ਫੈਕਟਰੀਜ਼, ਜੈਕਟ ਫੈਕਟਰੀਜ਼ ਐਟਸੈਟਰਾ। ਇਹਦਾ ਇਸਤੇਮਾਲ ਹੈ ਪ੍ਰੋਗਰੈਸਿਵ ਬੰਡਲ ਸਿਸਟਮ ਦਾ ਇਸਤੇਮਾਲ ਜਿਹੜਾ ਵੈ ਸ਼ਰਟ ਫੈਕਟਰੀਜ਼ ਦੇ ਵਿੱਚ ਹੁੰਦਾ ਵੈ, ਜੀਨ ਦੀਆਂ ਫੈਕਟਰੀਜ਼ ਦੇ ਵਿੱਚ ਹੁੰਦਾ ਹੈ ਤੇ ਜੈਕਟ ਬਣਾਉਣ ਵਾਲੀਆਂ ਫੈਕਟਰੀਜ਼ ਦੇ ਵਿੱਚ ਕੀਤਾ ਜਾਂਦਾ ਹੈ। ਨੈਕਸਟ ਐਡਵਾਂਟੇजेस। ਹੁਣ ਇਹਦੇ ਐਡਵਾਂਟੇजेस ਐਸ ਪ੍ਰੋਗਰੈਸਿਵ ਬੰਡਲ ਸਿਸਟਮ ਦੇ ਕੀ ਐਡਵਾਂਟੇजेस ਨੇ? ਜੇ ਸਾਨੂੰ ਐਡਵਾਂਟੇजेस ਹੋਣਗੇ ਤੇ ਜਦੋਂ ਅਸੀਂ ਆਪਣਾ ਇੱਕ ਯੂਨਿਟ ਸ਼ੁਰੂ ਕਰਾਂਗੇ ਤੇ ਫਿਰ ਹੀ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਹਾਂ। ਸੋ ਐਡਵਾਂਟੇजेस ਦੀ ਜਾਣਕਾਰੀ ਸਾਨੂੰ ਹੋਣਾ ਬਹੁਤ ਜ਼ਰੂਰੀ ਹੈ। ਇਟ ਅਲਾਉਜ਼ ਹਾਈ ਪ੍ਰੋਡਕਟਿਵਿਟੀ। ਇਸ ਸਿਸਟਮ ਵਿੱਚ ਹਾਈ achieved and helps in reducing time and cost. ਉੱਚ ਲੈਵਲ ਦੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹੜਾ ਕਿ ਘੱਟ ਸਮੇਂ ਤੇ ਘੱਟ ਤੋਂ ਘੱਟ ਕਾਸਟ ਦੇ ਉਤਪਾਦਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। Laborers of the levels, unskilled, skilled, semi-skilled laborers are involved in this system where the operation are broken into simple operation. Hence, the cost of labor is very cheap.
ਇਸ ਸਿਸਟਮ ਵਿੱਚ ਸਾਰੇ ਤਰ੍ਹਾਂ ਦੇ ਕੰਮ ਕਰਨ ਵਾਲੇ ਜਿਹੜੇ ਕੁਸ਼ਲ ਕਾਰੀਗਰ ਹੁੰਦੇ ਆ, ਕੁਸ਼ਲ ਕਾਰੀਗਰ ਜਿਨ੍ਹਾਂ ਨੂੰ ਥੋੜਾ ਕੁ ਪਤਾ ਹੁੰਦਾ ਹੈ, ਕੋਈ ਮਜ਼ਦੂਰ ਲੋਕ ਹੁੰਦੇ ਨੇ, ਇਹ ਸਾਰੇ ਸ਼ਾਮਲ ਹੁੰਦੇ ਨੇ, ਜਿੱਥੇ ਕੰਮ ਅਲੱਗ-ਅਲੱਗ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ, ਜਿਸ ਨਾਲ ਉਤਪਾਦਨ ਕਰਨ ਵਿੱਚ ਲੇਬਰ ਦੀ ਜਿਹੜੀ ਕਾਸਟ ਪੈਂਦੀ ਹੈ ਬਹੁਤ ਸਸਤੀ ਪੈਂਦੀ ਹੈ। Due to the bundle system, less chance to lot mix, size and shade, variation of cut garment pieces। bundle system ਹੋਣ ਦੇ ਕਾਰਨ ਇਹ ਘੱਟ ਹੀ ਚਾਂਸ ਹੁੰਦਾ ਹੈ ਕਿ ਅਲੱਗ-ਅਲੱਗ ਸਾਈਜ਼ ਰੰਗਾਂ ਦੇ ਕੱਟ ਪੀਸਸ ਆਪਸ ਵਿੱਚ ਮਿਕਸ ਹੋ ਸਕਣ। ਸੋ ਬੰਡਲਿੰਗ ਦਾ ਫਾਇਦਾ ਇਸ ਵਾਸਤੇ ਹੋ ਜਾਂਦਾ ਹੈ। ਸੋ ਨੈਕਸਟ ਹੈ tracking of bundle is possible, so identifying and solving the problems becomes easy। bundles ਨੂੰ track ਕਰਨਾ ਮਤਲਬ ਢੇਰ ਵਿੱਚੋਂ ਲੱਭਣਾ ਇਹ ਆਸਾਨ ਹੋ ਜਾਂਦਾ ਹੈ ਤੇ ਸਮੱਸਿਆਵਾਂ ਨੂੰ ਪਛਾਣਨਾ ਵੀ ਆਸਾਨ ਹੋ ਜਾਂਦਾ ਹੈ ਤੇ ਉਹਦਾ ਹੱਲ ਵੀ ਜਿਹੜਾ ਵਾ ਛੇਤੀ ਨਿਕਲ ਜਾਂਦਾ ਹੈ। An efficient production control system and quality control system could be implemented। ਇਸ ਸਿਸਟਮ ਵਿੱਚ ਪ੍ਰੋਡਕਸ਼ਨ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਕੁਆਲਿਟੀ ਕੰਟਰੋਲ ਸਿਸਟਮ ਦੀ ਵਰਤੋਂ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਸੋ ਇਹ ਸੀ ਇਹਦੀਆਂ ਐਡਵਾਂਟੇजेस। ਹੁਣ ਅਸੀਂ ਪੜਾਂਗੇ ਡਿਸਐਡਵਾਂਟੇजेस। Time consuming due to assembling, moving, tying and untying of bundles। ਬੰਡਲਸ ਨੂੰ ਇਕੱਠਾ ਕਰਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚਾਣਾ, ਉਸ ਨੂੰ ਬੰਨਣਾ, ਫਿਰ ਖੋਲਣਾ, ਫਿਰ ਇੱਕ ਸਮੇਂ ਦੀ ਬਹੁਤ ਜ਼ਿਆਦਾ ਵਰਤੋਂ ਦਾ ਕਾਰਨ ਬਣਦਾ ਹੈ। ਸੋ ਇਹ ਬਹੁਤ ਹੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਜਿਹੜਾ ਪ੍ਰੋਗਰੈਸਿਵ ਬੰਡਲ ਸਿਸਟਮ ਹੈ। ਲਾਰਜ ਇਨਵੈਂਟਰੀ, ਐਕਸਟਰਾ ਹੈਂਡਲਿੰਗ, ਡਿਫਿਕਲਟੀ ਇਨ ਕੰਟਰੋਲਿੰਗ ਇਨਵੈਂਟਰੀ। ਵੱਡੇ ਉਤਪਾਦਨ ਵਿੱਚ ਵਾਧੂ ਹੈਂਡਲਿੰਗ ਤੇ ਸਟੋਰ ਕਰਨ ਦੀ ਮੁਸ਼ਕਲ ਆਉਂਦੀ ਰਹਿੰਦੀ ਹੈ। So proper planning is required for each batch and for each style, which takes lot of time। ਹਰ ਇੱਕ ਬੈਚ ਅਤੇ ਹਰ ਇੱਕ ਸਟਾਈਲ ਲਈ ਸਹੀ ਯੋਜਨਾਬੰਦੀ ਦੀ ਜ਼ਰੂਰਤ ਹੈ ਜਿਸ ਵਿੱਚ ਬਹੁਤ ਸਮਾਂ ਖਰਚ ਹੋ ਜਾਂਦਾ ਹੈ। Variety of styles and less quantity is not affected in this system। ਅਲੱਗ-ਅਲੱਗ ਦੇ ਸਟਾਈਲ ਦਾ ਉਤਪਾਦਨ ਕਰਨਾ ਇਸ ਸਿਸਟਮ ਦੇ ਵਿੱਚ ਕਾਰਗਰ ਨਹੀਂ ਹੈ। ਸੋ ਐਸੀ ਸਾਡਾ ਪ੍ਰੋਗਰੈਸਿਵ ਬੰਡਲ ਸਿਸਟਮ ਜਿਹਦੇ ਵਿੱਚ ਗਾਰਮੈਂਟਸ ਯੂਨਿਟ ਦੇ ਵਿੱਚ ਕਈ ਯੂਨਿਟਸ ਦੇ ਵਿੱਚ ਇਹਨੂੰ ਅਪਲਾਈ ਵੀ ਕੀਤਾ ਜਾਂਦਾ ਹੈ। ਸੋ ਨੈਕਸਟ ਹੈ ਸਾਡਾ ਯੂਨਿਟ ਪ੍ਰੋਡਕਸ਼ਨ ਸਿਸਟਮ ਜਿਹਨੂੰ UPS ਵੀ ਕਿਹਾ ਜਾਂਦਾ ਹੈ। ਇਹਦੇ ਵਿਸ਼ੇਸ਼ ਜਿਹੜੇ ਫੀਚਰਸ ਨੇ ਉਹ ਕੀ ਨੇ? This system concerned with a single garment and not bundles। ਇਹ ਸਿਸਟਮ ਇੱਕ ਅਕੇਲੇ ਗਾਰਮੈਂਟ ਦੇ ਨਾਲ ਸੰਬੰਧਿਤ ਹੁੰਦਾ ਹੈ, ਇਹਦੇ ਵਿੱਚ ਬੰਡਲਸ ਨਹੀਂ ਬਣਾਏ ਜਾਂਦੇ। Layout design can be U, L, J, S and E shape। ਜਿਹੜਾ ਫੈਕਟਰੀ ਦੇ ਵਿੱਚ ਸਿਸਟਮ ਦਾ ਲੇਆਊਟ ਬਣਾਇਆ ਜਾਂਦਾ ਹੈ ਉਹਦੀ ਬਣਾਵਟ ਜਿਹੜੀ ਹੁੰਦੀ ਹੈ U shape ਚ ਹੁੰਦੀ ਹੈ, L shape ਦੇ ਵਿੱਚ ਮਸ਼ੀਨਾਂ ਰੱਖੀਆਂ ਜਾਂਦੀਆਂ, J shape ਚ ਰੱਖੀਆਂ ਜਾਂਦੀਆਂ, S shape ਚ ਰੱਖੀਆਂ ਜਾਂਦੀਆਂ, ਕਈ ਵਾਰ E shape ਦੇ ਆਕਾਰ ਦੇ ਵਿੱਚ ਮਤਲਬ ਮਸ਼ੀਨਾਂ ਦਾ ਰੱਖ ਰਖਾਵ ਕੀਤਾ ਜਾਂਦਾ ਹੈ ਤਾਂ ਕਿ ਜਿਹੜੀ ਪ੍ਰੋਡਕਸ਼ਨ ਹੈ ਈਜ਼ੀ ਫਲੋ ਦੇ ਨਾਲ ਹੋ ਸਕੇ। This system is entirely computer operated। ਇਹ ਸਿਸਟਮ ਪੂਰੀ ਤਰ੍ਹਾਂ ਕੰਪਿਊਟਰ ਦੁਆਰਾ ਨਿਯੰਤਰਿਤ ਹੁੰਦਾ ਹੈ। ਇਹਦੇ ਵਿੱਚ ਜਿਹੜਾ ਮਤਲਬ ਕੰਪਿਊਟਰ ਨਾਲ ਕਿੱਦਾਂ ਨਿਯੰਤਰਿਤ ਹੁੰਦਾ ਹੈ, ਜਿਹੜਾ ਅਸੀਂ ਕੱਟ ਪੀਸਿਸ ਇੱਕ ਸਟੇਸ਼ਨ ਤੋਂ ਇੱਕ ਮਤਲਬ ਕਾਰੀਗਰ ਤੋਂ ਦੂਸਰੇ ਕਾਰੀਗਰ ਤੱਕ ਪਹੁੰਚਾਉਂਦੇ ਆ, ਉਹ ਸਾਰਾ ਕੰਮ ਕੰਪਿਊਟਰ ਦਾ ਹੁੰਦਾ ਹੈ। ਮਸ਼ੀਨਾਂ ਕੰਪਿਊਟਰਾਈਜ਼ਡ ਹੁੰਦੀਆਂ ਨੇ, ਸਾਰਾ ਡਾਟਾ ਉਹਦੇ ਵਿੱਚ ਫਿਲ ਹੋਇਆ ਜਾਂਦਾ ਹੈ ਕਿ ਕਿੰਨਾ ਗਾਰਮੈਂਟ ਅਸੀਂ ਪ੍ਰੋਡਿਊਸ ਕੀਤਾ ਹੈ ਤੇ ਕਿੰਨਾ ਸਾਡਾ ਰਹਿ ਗਿਆ ਹੈ। It uses an overhead operation system that automatically routes and deliver the cut pieces to each swing section। ਮੈਂ ਹੁਣੇ ਤੁਹਾਨੂੰ ਦੱਸਿਆ ਵਾ ਇਸ ਸਿਸਟਮ ਵਿੱਚ ਓਵਰਹੈਡ ਟਰਾਂਸਪੋਰਟੇਸ਼ਨ ਸਿਸਟਮ ਹੁੰਦਾ ਹੈ ਜਿਹਦੀ ਵਰਤੋਂ ਕੀਤੀ ਜਾਂਦੀ ਹੈ ਜੋ ਗਾਰਮੈਂਟ ਦੇ ਕੱਟੇ ਹੋਏ ਪੀਸਾਂ ਨੂੰ ਅਲੱਗ ਸਿਲਾਈ ਕਰਨ ਵਾਲੇ ਸੈਕਸ਼ਨ ਵਿੱਚ ਆਟੋਮੈਟਿਕਲੀ ਆਪਣੇ ਆਪ ਹੀ ਪਹੁੰਚਾ ਦਿੰਦਾ ਹੈ। Even if one station does not work, the whole system still work normally। ਜੇ ਕਿਸੇ ਵੇਲੇ ਇੱਕ ਸਿਸਟਮ ਕੰਮ ਨਹੀਂ ਕਰਦਾ ਫਿਰ ਵੀ ਸਾਰਾ ਸਿਸਟਮ ਸਧਾਰਨ ਤੌਰ ਤੇ ਕੰਮ ਕਰ ਸਕਦਾ ਹੈ। ਮਤਲਬ ਉਹ ਇੱਕ ਦੂਜੇ ਨਾਲ ਡਿਪੈਂਡੈਂਟ ਨਹੀਂ ਹੁੰਦੇ, ਉਹ ਆਪਣਾ ਇੰਡੀਵਿਜੂਅਲੀ ਕੰਮ ਕਰਦੇ ਆ, ਜਿਸ ਕਾਰਨ ਜੇ ਇੱਕ ਸਿਸਟਮ ਇੱਕ ਪਾਰਟ ਕੋਈ ਹੈ ਜਿਹੜਾ ਕੰਮ ਨਹੀਂ ਕਰ ਰਿਹਾ ਤੇ ਦੂਸਰਾ ਸਿਸਟਮ ਉੱਤੇ ਕੋਈ ਇਫੈਕਟ ਨਹੀਂ ਹੁੰਦਾ, ਉਹ ਆਪਣਾ ਈਜ਼ੀਲੀ ਕੰਮ ਕਰ ਸਕਦਾ ਹੈ। This system is capable for rework easily because each garment is tracked within the system and any problem to which with quality control can be traced back automatically to the operator to be corrected। ਇਹ ਸਿਸਟਮ ਦੁਬਾਰਾ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਇਹਦੇ ਵਿੱਚ। ਮਤਲਬ ਜੇ ਕੋਈ ਪ੍ਰੋਬਲਮ ਆ ਗਈ ਹੈ ਤੇ ਉਹਨੂੰ ਅਸੀਂ ਰੈਕਟੀਫਾਈ ਕਰ ਸਕਦੇ ਹਾਂ ਕਿਉਂਕਿ ਹਰ ਇੱਕ ਕੱਪੜਾ ਸਿਸਟਮ ਦੇ ਅੰਦਰ ਟਰੈਕ ਕੀਤਾ ਜਾਂਦਾ ਹੈ ਅਤੇ ਕੁਆਲਿਟੀ ਕੰਟਰੋਲ ਸੰਬੰਧਿਤ ਕੋਈ ਵੀ ਸਮੱਸਿਆ ਜਿਹੜੀ ਹੈ ਛੇਤੀ ਪਤਾ ਲਗਾ ਲਈ ਜਾਂਦੀ ਹੈ ਤੇ ਉਹਨੂੰ ਛੇਤੀ ਠੀਕ ਕਰ ਲਿਆ ਜਾਂਦਾ ਹੈ। This system also records all data in each workstation within the line and compute them for management, planning and control।
इस सिस्टम ਵਿੱਚ ਹਰ ਵਰਕ ਸਟੇਸ਼ਨ ਤੇ ਸਾਰੇ ਡਾਟਾ ਰਿਕਾਰਡ ਕਰਦੀ ਹੈ ਮੈਨੇਜਮੈਂਟ ਪਲੈਨਿੰਗ ਤੇ ਕੁਆਲਿਟੀ ਕੰਟਰੋਲ ਲਈ ਜਿਹੜੀ ਸਹਾਇਕ ਹੁੰਦੀ ਹੈ ਇਹ ਡਾਟਾ ਜਿਹੜਾ ਕੰਪਿਊਟਰਾਈਜ਼ਡ ਜਿਹੜਾ ਵਾ ਨਾਲੋਂ ਨਾਲ ਹੀ ਜਿਹੜਾ ਵਾ ਰਿਕਾਰਡ ਤੇ ਮੇਨਟੇਨ ਕੀਤਾ ਜਾ ਸਕਦਾ ਹੈ ਇਟ ਇਜ਼ ਪੋਸੀਬਲ the system is highly flexible and can rapidly be modified to changes in production line or the need for expansion ਇਹ ਸਿਸਟਮ ਜਿਹੜਾ ਹੁੰਦਾ ਹੈ ਬਹੁਤ ਹੀ ਲਚਕਦਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਉਤਪਾਦਨ ਵਿੱਚ ਤਬਦੀਲੀਆਂ ਜਾਂ ਵਿਸਥਾਰ ਦੀ ਜ਼ਰੂਰਤ ਵਿੱਚ ਬਦਲਿਆ ਜਾ ਸਕਦਾ ਹੈ ਇਸ ਸਿਸਟਮ ਵਿੱਚ ਇੱਕੋ ਸਮੇਂ ਤੇ ਕਈ ਡਿਜ਼ਾਈਨ ਰੰਗ ਇਟ ਇਜ਼ ਪੋਸੀਬਲ ਟੂ ਪ੍ਰੋਡਿਊਸ ਮਲਟੀਪਲ ਡਿਜ਼ਾਈਨ ਕਈ ਤਰ੍ਹਾਂ ਦੇ ਡਿਜ਼ਾਈਨ ਕਈ ਤਰ੍ਹਾਂ ਦੇ ਰੰਗ ਅਲੱਗ-ਅਲੱਗ ਸਾਈਜ਼ਸ ਨੂੰ ਅਸੀਂ ਬੜੇ ਆਰਾਮ ਨਾਲ ਪ੍ਰੋਡਕਸ਼ਨ ਦੇ ਵਿੱਚ ਬਣਾ ਸਕਦੇ ਹਾਂ it can be widely used in garment factories especially for knitted woven trousers shirts and other clothes ਇਹ ਜਿਹੜੀ ਹੈ ਖਾਸ ਕਰ ਉਹ ਗਾਰਮੈਂਟ ਬਣਾਉਣ ਵਾਲੀਆਂ ਫੈਕਟਰੀਆਂ 'ਚ ਯੂਜ਼ ਕੀਤਾ ਜਾਂਦਾ ਹੈ ਜਿੱਥੇ ਅਸੀਂ ਕੱਪੜੇ ਦੀ ਮੈਨੂਫੈਕਚਰਿੰਗ ਕਰਦੇ ਹਾਂ ਜਿਹਦੇ ਵਿੱਚ woven ਤੇ knitted garments ਬਣਾਏ ਜਾਂਦੇ ਨੇ ਟਰਾਊਜ਼ਰਸ ਪੈਂਟਾਂ ਬਣਾਈਆਂ ਜਾਂਦੀਆਂ ਨੇ ਸ਼ਰਟਸ ਬਣਾਈਆਂ ਜਾਂਦੀਆਂ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਨੇ ਉੱਥੇ ਅਸੀਂ ਇਹ ਸਿਸਟਮ ਦਾ ਇਸਤੇਮਾਲ ਕਰਦੇ ਹਾਂ ਹੁਣ ਉਸ ਤੋਂ ਬਾਅਦ ਹੈ ਸਰ ਇਹਨੂੰ ਥੋੜਾ ਜ਼ੂਮ ਕਰਨਾ ਸਭ ਤੋਂ ਪਹਿਲਾਂ ਹੁਣ ਅਸੀਂ ਕੀ ਪੜਾਂਗੇ ਅਗਲਾ ਸਾਨੂੰ ਫੀਚਰਸ ਪਤਾ ਲੱਗ ਗਿਆ ਹੈ ਯੂਪੀਐਸ ਤੇ ਕੀ ਹੁੰਦੇ ਆ ਤੇ ਹੁਣ ਅਸੀਂ ਇਹਦੇ ਪ੍ਰੋਡਕਸ਼ਨ ਦੇ ਵਿੱਚ ਕਿੱਦਾਂ ਯੂਨਿਟ ਕੰਟਰੋਲ ਕੰਮ ਕਰਦਾ ਹੈ ਉਹ ਅਸੀਂ ਪੜਾਂਗੇ ਸਭ ਤੋਂ ਪਹਿਲਾ ਪੜਾਅ ਹੁੰਦਾ ਹੈ this system is designed based on the following principles following ਸਿਧਾਂਤਾਂ ਦੇ ਉੱਤੇ ਹੈ ਜਿਹੜਾ ਵਾ ਪ੍ਰਿੰਸੀਪਲ ਚੱਲਦਾ ਹੈ ਨੈਕਸਟ ਹੈ an operator set the process in control station ਇੱਕ operator ਨਿਯੰਤਰਣ ਸਟੇਸ਼ਨ ਦੀ ਪ੍ਰਕਿਰਿਆ ਨੂੰ ਸੈੱਟ ਕਰਦਾ ਹੈ ਇੱਕ operator ਉੱਥੇ ਹੁੰਦਾ ਹੈ ਜਿਹੜਾ ਕਿ ਸਾਰੇ ਸਟੇਸ਼ਨ ਨੂੰ ਕੰਟਰੋਲ ਕਰਦਾ ਹੈ worker loads the cut pieces in a hanger from the loading station ਜਿੱਥੋਂ ਕੰਮ ਸ਼ੁਰੂ ਹੁੰਦਾ ਹੈ ਉੱਥੋਂ workers ਕੀ ਕਰਦੇ ਆ cut pieces ਜਿਹੜੇ ਆ ਹੈਂਗਰ ਦੇ ਉੱਤੇ ਡਿਸਪਲੇ ਕਰ ਦਿੱਤੇ ਜਾਂਦੇ ਆ ਤੇ ਆਪਣੇ ਆਪਣੇ ਸੈਕਸ਼ਨ ਤੇ ਉਹ ਲੈ ਲੈਂਦੇ ਆ the hangers routes to the next workstation automatically according to the predetermined process in the control station ਜਿਹੜੇ ਹੈਂਗਰਸ ਹੁੰਦੇ ਨੇ ਉਹ ਕੀ ਕੀਤੇ ਜਾਂਦੇ ਨੇ ਨੈਕਸਟ ਵਰਕ ਸਟੇਸ਼ਨ ਤੇ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਕਿਉਂਕਿ ਇਹ ਕੰਪਿਊਟਰ ਕੰਟਰੋਲਡ ਹੁੰਦਾ ਹੈ ਤੇ ਅਗਲਾ ਪ੍ਰੋਸੈਸ ਬੜੇ ਆਰਾਮ ਦੇ ਨਾਲ ਕੰਟਰੋਲ ਸਟੇਸ਼ਨ ਦੇ ਉੱਤੇ ਕੀਤਾ ਜਾਂਦਾ ਹੈ ਪ੍ਰੋਡਕਟ ਇਜ਼ ਪੁੱਟ ਟੁਗੇਦਰ ਐਟ ਐਵਰੀ ਸਟੇਜ ਐਟ ਸਬਸੀਕੁਐਂਟ ਸਟੇਸ਼ਨ ਸਵਿੰਗ ਸਟੇਸ਼ਨ ਪ੍ਰੋਡਕਟ ਜਿਹੜਾ ਵੈ ਉਹ ਇਕੱਠਾ ਕੀਤਾ ਜਾਂਦਾ ਹੈ ਹਰ ਸਟੇਜ ਤੇ ਤਾਂ ਕਿ ਉਹ ਅਗਲੇ ਸਵਿੰਗ ਸਟੇਸ਼ਨ ਤੇ ਪਹੁੰਚਾਇਆ ਜਾ ਸਕੇ ਉਸ ਤੋਂ ਬਾਅਦ ਪ੍ਰੋਡਕਟ ਗੈਟਸ ਚੈਕਡ ਐਟ ਦ ਕੁਆਲਿਟੀ ਐਂਡ ਕੰਟਰੋਲ ਸਟੇਸ਼ਨ ਕੁਆਲਿਟੀ ਐਂਡ ਕੰਟਰੋਲ ਸਟੇਸ਼ਨ ਤੇ ਪ੍ਰੋਡਕਟ ਨੂੰ ਜਿਹੜਾ ਉਤਪਾਦ ਅਸੀਂ ਬਣਾ ਰਹੇ ਹਾਂ ਸਪੋਜ਼ ਅਸੀਂ ਸ਼ਰਟ ਬਣਾ ਰਹੇ ਹਾਂ ਤੇ ਉਹਨੂੰ ਚੈੱਕ ਕੀਤਾ ਜਾਂਦਾ ਹੈ ਨੈਕਸਟ ਉਸ ਤੋਂ ਬਾਅਦ product continues to be pieced together at the next subsequent station products ਨੂੰ ਕੀ ਕੀਤਾ ਜਾਂਦਾ ਹੈ ਅਲੱਗ-ਅਲੱਗ ਪੀਸਾਂ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਨੈਕਸਟ ਸਟੇਸ਼ਨ ਤੇ ਭੇਜਿਆ ਜਾਂਦਾ ਹੈ final product gets checked and approved final ਜਿਹੜਾ ਪ੍ਰੋਡਕਟ ਤਿਆਰ ਹੁੰਦਾ ਹੈ ਉਹਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਹਨੂੰ ਅਗਲੇ ਪੜਾਅ ਤੇ ਤੋੜਨ ਵਾਸਤੇ ਅਪਰੂਵ ਕੀਤਾ ਜਾਂਦਾ ਹੈ ਕਿ ਹਾਂ ਹੁਣ ਇਹ ਅਗਲੇ ਪੜਾਅ ਤੇ ਜਾ ਸਕਦਾ ਹੈ ਨੈਕਸਟ approved product lands at the unloading station ਮਤਲਬ ਜਿੱਥੇ ਕੋਈ ਵੀ ਕੰਮ ਨਹੀਂ ਹੁੰਦਾ ਉੱਥੇ ਜਿਹੜਾ ਤਿਆਰ ਮਾਲ ਹੈ ਉਹ ਪਹੁੰਚਾ ਦਿੱਤਾ ਜਾਂਦਾ ਹੈ ਅੱਗੇ ਪੈਕਿੰਗ ਕਰਨ ਵਾਸਤੇ ਕਿ the empty hanger returns to the loading station ਇਸ ਤਰ੍ਹਾਂ ਜਿਹੜਾ ਕੰਮ ਦੇ ਜਿਹੜੇ ਹੈਂਗਰਸ ਯੂਜ਼ ਕੀਤੇ ਗਏ ਆ ਉਹ ਖਾਲੀ ਹੋ ਜਾਂਦੇ ਆ ਤੇ ਫਿਰ ਉਹਨੂੰ ਭਰਨ ਵਾਸਤੇ ਨਵੇਂ ਲੋਡਿੰਗ ਸਟੇਸ਼ਨ ਤੇ ਭੇਜ ਦਿੱਤੇ ਜਾਂਦੇ ਆ ਤਾਂ ਕਿ ਫਿਰ ਉੱਤੇ ਭਰੇ ਜਾਣ ਤੇ ਅਗਲਾ ਕੰਮ ਜਿਹੜਾ ਵਾ ਸੁਚਾਰੂ ਢੰਗ ਦੇ ਨਾਲ ਕੀਤਾ ਜਾ ਸਕੇ ਸੋ ਇਹ ਸੀ ਕੰਪੋਨੈਂਟ ਉਹਦੇ ਹਿੱਸੇ ਵੀ ਕਿੱਦਾਂ ਕਰਨਾ ਹੈ ਕੰਮ ਹੁਣ ਅਸੀਂ ਕੰਪੋਨੈਂਟਸ ਆਫ ਯੂਨਿਟ ਪ੍ਰੋਡਕਸ਼ਨ ਸਿਸਟਮ ਦੇ ਕੰਪੋਨੈਂਟਸ ਨੂੰ ਅਸੀਂ ਥੋੜਾ ਵਿਸਤਾਰ ਦੇ ਨਾਲ ਜਾਣਾਂਗੇ ਕਿ ਕੰਪੋਨੈਂਟਸ ਕੀ ਹੁੰਦੇ ਨੇ basic UPS has a workstation up to 35 to 45 ਮਤਲਬ ਜਿਹੜੇ UPS ਯੂਨਿਟ ਪ੍ਰੋਡਕਸ਼ਨ ਸਿਸਟਮ ਹੈ ਉਹਦਾ ਜਿਹੜਾ ਵਰਕ ਸਟੇਸ਼ਨ ਹੈ ਉਹਦੇ ਵਿੱਚ ਜਿਹੜੇ ਕਾਰੀਗਰਾਂ ਦਾ ਜਿਹੜਾ ਉਹਨਾਂ ਨੇ ਮਸ਼ੀਨਾਂ ਲਗਾਈਆਂ ਹੁੰਦੀਆਂ ਨੇ ਉਹ 35 ਤੋਂ 45 ਤੱਕ ਹੋ ਸਕਦੀਆਂ ਨੇ ਅਲੱਗ-ਅਲੱਗ ਵਰਕ ਸਟੇਸ਼ਨ ਹੁੰਦੇ ਕਿਤੇ ਕਟਾਈ ਹੁੰਦੀ ਕਿਤੇ ਸਿਲਾਈ ਹੋ ਰਹੀ ਹੁੰਦੀ ਹੈ ਕਿਤੇ ਹੈਂਗਰ ਦੇ ਉੱਤੇ ਮਤਲਬ ਕੱਪੜਾ ਜਿਹੜਾ ਵਾ ਉਹ ਚੜਾਇਆ ਜਾ ਰਿਹਾ ਹੁੰਦਾ ਹੈ ਕਿਤੇ ਲੋਡ ਕੀਤਾ ਜਾ ਰਿਹਾ ਹੁੰਦਾ ਹੈ ਸੂਇੰਗ ਸਟੇਸ਼ਨ ਹੁੰਦੇ ਆ ਕੁਝ ਐਸੇ ਸਟੇਸ਼ਨ ਹੁੰਦੇ ਜਿੱਥੇ ਸਿਲਾਈ ਕੀਤੀ ਜਾ ਰਹੀ ਹੁੰਦੀ ਹੈ ਇਨਲਾਈਨ ਇਨਸਪੈਕਸ਼ਨ ਸਟੇਸ਼ਨ ਕੁਝ ਐਸੇ ਸਟੇਸ਼ਨ ਹੁੰਦੇ ਜਿੱਥੇ ਅਸੀਂ ਨਾਲੋਂ ਦੇ ਨਾਲ ਅਸੀਂ ਇਨਸਪੈਕਸ਼ਨ ਕਰਦੇ ਹਾਂ ਵੀ ਸਾਡਾ ਕੰਮ ਠੀਕ ਹੋ ਰਿਹਾ ਕਿ ਨਹੀਂ ਹੋ ਰਿਹਾ ਜਦੋਂ ਫਾਈਨਲ ਇਨਸਪੈਕਸ਼ਨ ਹੋ ਜਾਂਦੀ ਹੈ ਥ੍ਰੈਡ ਸਕਿੰਗ ਸਟੇਸ਼ਨ ਹੁੰਦਾ ਹੈ ਜਿੱਥੇ ਕੱਪੜਿਆਂ ਦੇ ਵਿੱਚੋਂ ਜਿਹੜੇ ਧਾਗੇ ਫਾਲਤੂ ਹੈ ਉਹਨੂੰ ਕੱਟਿਆ ਜਾਂਦਾ ਹੈ ਤੇ ਉਹਨੂੰ ਸਕ ਕੀਤਾ ਜਾਂਦਾ ਹੈ ਮਸ਼ੀਨ ਦੇ ਨਾਲ
ਤਾਂ ਕਿ ਉੱਥੇ ਕੋਈ ਵੀ ਐਕਸਟਰਾ ਮਟੀਰੀਅਲ ਨਾ ਰਹਿ ਸਕੇ। ਫਾਈਨਲ ਇਨਸਪੈਕਸ਼ਨ ਸਟੇਸ਼ਨ ਦੇ ਉੱਤੇ ਸਾਰੀ ਜਿਹੜੀ ਹੈ ਕਾਰੀਗਰਾਂ ਦੀ ਦੇਖੀ ਜਾਂਦੀ ਹੈ ਕਿ ਕਿਹੜੇ ਫਾਈਨਲ ਪ੍ਰੋਡਕਟ ਜੇ ਕੋਈ ਕਮੀ ਰਹਿ ਗਈ ਹੈ ਤੇ ਉਹਨੂੰ ਫੇਰ ਜਿਹੜਾ ਵੈ ਤਿਆਰ ਠੀਕ ਕਰਨ ਵਾਸਤੇ ਫਰਦਰ ਭੇਜਿਆ ਜਾਂਦਾ ਹੈ। ਅਨਲੋਡਿੰਗ ਸਟੇਸ਼ਨ ਇਹ ਉਹ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਤਿਆਰ ਫਾਈਨਲ ਕੀਤਾ ਹੋਇਆ ਮਾਲ ਅੱਗੇ ਪੈਕਿੰਗ ਵਾਸਤੇ ਰੱਖਿਆ ਜਾਂਦਾ ਹੈ। ਸੋ ਇਹ ਸੀ ਕੰਪੋਨੈਂਟਸ ਆਫ ਯੂਨਿਟ ਪ੍ਰੋਡਕਸ਼ਨ ਸਿਸਟਮ ਦੇ ਕੰਪੋਨੈਂਟ ਸੀ। ਹੁਣ ਤੁਸੀਂ ਅਗਲੀ ਪਿਕਚਰ ਦੇਖੋਗੇ, ਇਮੇਜ ਦੇਖੋ, ਇਹਦੇ ਵਿੱਚ ਉਹਨਾਂ ਨੇ ਕਿੰਨੇ ਬਾਕਸਸ ਰੈਡੀ ਕੀਤੇ ਆ ਅਲੱਗ-ਅਲੱਗ ਤਰ੍ਹਾਂ ਦੇ। ਬਲੂ ਕਲਰ ਦਾ ਬਾਕਸ ਹੈ ਅਨਲੋਡਿੰਗ ਸਟੇਸ਼ਨ, ਯੈਲੋ ਬਾਕਸ ਜਿਹੜਾ ਵਾ ਉਹ ਇਨਸਪੈਕਸ਼ਨ ਸਟੇਸ਼ਨ ਹੈ, ਤੇ ਪਰਪਲ ਜਿਹੜਾ ਪਿੰਕ ਜਿਹਾ ਬਾਕਸ ਹੈ ਇਹ ਥ੍ਰੈਡ ਸਕਿੰਗ ਸਟੇਸ਼ਨ ਹੈ। ਉਸ ਤੋਂ ਬਾਅਦ ਜਿਹੜੇ ਅੱਗੇ ਹੈ ਮੈਰੂਨ ਕਲਰ ਦੇ ਜਿਹੜੇ ਬਾਕਸਸ ਦਿਖ ਰਹੇ ਨੇ ਇਹ ਸਾਰੇ ਜਿਹੜੇ ਹੈ ਸਵਿੰਗ ਸਟੇਸ਼ਨ ਨੇ। ਇਹ ਯੂ ਸ਼ੇਪ ਦੇ ਵਿੱਚ ਤੁਸੀਂ ਦੇਖੋ ਸਾਰਾ ਜਿਹੜਾ ਵਾ ਯੂ ਸ਼ੇਪ ਦੇ ਵਿੱਚ ਚੱਲ ਰਿਹਾ ਹੈ। ਤੇ ਉਸ ਤੋਂ ਬਾਅਦ ਨੀਚੇ ਦੇਖੋ ਹੈਂਗਰ ਸੈਕਸ਼ਨ ਹੈ, ਸਿਸਟਮ ਕੰਟਰੋਲ ਹੋ ਰਿਹਾ ਵਾ, ਹੈਂਗਰ ਸੈਕਸ਼ਨ ਹੈ, ਲੋਡਿੰਗ ਸਟੇਸ਼ਨ ਹੈ, ਲੋਡ ਹੋ ਰਿਹਾ ਵਾ ਕਿ ਮਾਲ ਜਿਹੜਾ ਹੈ ਫਰਦਰ ਅੱਗੇ ਪਹੁੰਚਾਉਣ ਵਾਸਤੇ ਲੋਡ ਹੋ ਰਿਹਾ ਹੈ। ਸਵਿੰਗ ਸਟੇਸ਼ਨ ਹੈ ਜਿੱਥੇ ਸਲਾਈ ਕੀਤੀ ਜਾ ਰਹੀ ਹੈ। ਇਨਲਾਈਨ ਇਨਸਪੈਕਸ਼ਨ ਸਟੇਸ਼ਨ ਨੀਚੇ ਦਿੱਤਾ ਗਿਆ ਹੈ, ਇੱਥੇ ਜਿਹੜੀ ਹੈ ਇਨਲਾਈਨ ਇਨਸਪੈਕਸ਼ਨ ਹੁੰਦੀ ਹੈ। ਇਹ ਜਿਹੜੀ ਹੈ ਸਾਰਾ ਜਿਹੜਾ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੋਂ ਕਿਹਦੇ ਨਾਲ ਪਹੁੰਚਦਾ ਵਾ, ਕੰਪਿਊਟਰ ਦੇ ਆਰਗੇਨਾਈਜ਼ਡ ਜਿਹੜੇ ਉਹ ਉੱਥੇ ਕਨਵੇਅਰ ਬੈਲਟਸ ਹੁੰਦੀਆਂ ਨੇ ਉਹ ਜਿਹੜੀ ਹੈ ਰੇਲ ਦੇ ਅਕੋਰਡਿੰਗਲੀ ਜਿਸ ਤਰ੍ਹਾਂ ਰੇਲ ਚੱਲਦੀ ਹੈ ਇਸ ਤਰ੍ਹਾਂ ਜਿਹੜਾ ਵਾ ਕੰਪੋਨੈਂਟਸ ਜਿਹੜੇ ਹੁੰਦੇ ਆ ਗਾਰਮੈਂਟ ਦੇ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੱਕ ਚੈਕਿੰਗ ਵਾਸਤੇ ਜਾਂਦੇ ਨੇ, ਸਵਿੰਗ ਵਾਸਤੇ ਜਾਂਦੇ ਨੇ। ਸੋ ਇਹ ਯੂਨਿਟ ਪ੍ਰੋਡਕਸ਼ਨ ਦਾ ਜਿਹੜਾ ਵਾ ਵਰਕ ਸਟੇਸ਼ਨ ਹੈ ਕਿ ਯੂਨਿਟ ਪ੍ਰੋਡਕਸ਼ਨ ਦੇ ਵਿੱਚ ਕੰਮ ਕੀਤਾ ਜਾਂਦਾ ਹੈ। ਹਾਈਲੀ ਸਕਿਲਡ ਵਰਕਰਸ ਦੀ ਲੋੜ ਹੁੰਦੀ ਹੈ ਤੇ ਸਾਰਾ ਕੰਮ ਕੰਪਿਊਟਰ ਦੇ ਨਾਲ ਹੁੰਦਾ ਹੈ। LED ਮਸ਼ੀਨਸ ਲੱਗੀਆਂ ਹੁੰਦੀਆਂ, LCDs ਲੱਗੇ ਜੇ ਹੁੰਦੇ ਆ, ਇਹਦੇ ਵਿੱਚ ਪੁਸ਼ ਅਪ ਬਟਨਸ ਲੱਗੇ ਹੁੰਦੇ ਆ ਜਿਹੜੇ ਆਟੋਮੈਟਿਕਲੀ ਕੱਪੜੇ ਨੂੰ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਤੱਕ ਪਹੁੰਚਾਉਂਦੇ ਨੇ। ਨੈਕਸਟ, ਸੋ ਦਿਸ ਇਜ਼ ਦਾ ਲੇਆਊਟ, ਇਹ ਲੇਆਊਟ ਸੀ ਉਹਦਾ। ਹੁਣ ਅਸੀਂ ਐਡਵਾਂਟੇजेस ਪੜ੍ਹਦੇ ਹਾਂ ਯੂਨਿਟ ਪ੍ਰੋਡਕਸ਼ਨ ਸਿਸਟਮ ਦੇ। ਐਡਵਾਂਟੇजेस ਕੀ ਹੁੰਦੇ ਨੇ? ਸਭ ਤੋਂ ਪਹਿਲਾ ਐਡਵਾਂਟੇਜ ਹੈ ਇਹਦੇ ਚ no need to replace the sewing machine। ਸਿਲਾਈ ਮਸ਼ੀਨ ਨੂੰ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ। ਉਹ ਇਸ ਤਰ੍ਹਾਂ ਦੀਆਂ ਸਕੇਲਡ ਮਸ਼ੀਨਸ ਉੱਥੇ ਰੱਖਦੇ ਨੇ, ਇਸ ਤਰ੍ਹਾਂ ਦੀ ਵਧੀਆ ਮਸ਼ੀਨ ਹੁੰਦੀਆਂ ਜਿਹਦੇ ਨਾਲ ਹੀ ਸਾਰੀਆਂ ਚੀਜ਼ਾਂ ਜਿੱਦਾਂ ਐਮਬਰਾਇਡਰੀ ਦਾ ਕੰਮ ਵੀ ਨਾਲ ਹੀ ਹੋ ਜਾਂਦਾ ਹੈ, ਨਾਲ ਹੀ ਕਿਤੇ ਬਾਰ ਟੈਕਿੰਗ ਕਰਨੀ ਹੈ ਤੇ ਉਹ ਵੀ ਹੋ ਜਾਂਦੀ ਹੈ। ਸੋ ਹਾਈਲੀ ਸਕਿਲਡ ਜਿਹੜੀਆਂ ਬਹੁਤ ਹੀ ਵਧੀਆ ਕੁਸ਼ਲ ਮਸ਼ੀਨਾਂ ਜਿਹੜੀਆਂ ਉਹ ਇਸਤੇਮਾਲ ਕਰਦੇ ਆ। ਸੋ ਇਹਨਾਂ ਨੂੰ ਬਾਰ-ਬਾਰ ਇੱਕ ਮਸ਼ੀਨ ਤੋਂ ਦੂਸਰੇ ਮਸ਼ੀਨ ਤੇ ਜਾਂ ਨਹੀਂ ਜਾਣਾ ਪੈਂਦਾ। ਬੰਡਲ ਹੈਂਡਲਿੰਗ ਕੰਪਲੀਟਲੀ ਐਲੀਮੀਨੇਟਡ। ਇਹਦੇ ਵਿੱਚ ਬੰਡਲ ਦੀ ਹੈਂਡਲਿੰਗ ਨਹੀਂ ਕਰਨੀ ਚਾਹੀਦੀ, ਬੰਡਲ ਨਹੀਂ ਕਰਨੀ ਪੈਂਦੀ, ਬੰਡਲ ਨੂੰ ਬੰਦ ਕਰਨਾ ਜਾਂ ਖੋਲਣਾ ਨਹੀਂ ਪੈਂਦਾ ਕਿਉਂਕਿ ਸਾਰਾ ਕੰਮ ਜਿਹੜਾ ਵੈ ਕੰਪਿਊਟਰ ਨਾਲ ਆਪਰੇਟ ਹੋਇਆ ਹੁੰਦਾ ਵੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਗਾਰਮੈਂਟਸ ਦੇ ਕੰਪੋਨੈਂਟਸ ਪਹੁੰਚਾਉਣ ਲਈ ਕੰਪਿਊਟਰ ਦੀ ਹੈਲਪ ਲਈ ਜਾਂਦੀ ਹੈ। ਕਨਵੇਅਰ ਬੈਲਟ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਜਦੋਂ ਅਸੀਂ 에ਅਰਪੋਰਟ ਤੇ ਜਾਂਦੇ ਹਾਂ ਤੇ ਸਾਡੇ ਜਿਹੜੇ ਲੱਗੇਜ ਹੁੰਦਾ ਹੈ ਉਹ ਆਪਣੇ ਆਪ ਹੀ ਚੈਕਿੰਗ ਵਾਸਤੇ ਇੱਕ ਜਗ੍ਹਾ ਤੋਂ ਪਾਸ ਹੋ ਜਾਂਦਾ ਹੈ। ਇਹੋ ਜਿਹੀਆਂ ਬੈਲਟਸ ਲੱਗੀਆਂ ਹੁੰਦੀਆਂ ਨੇ ਜਿਹੜਾ ਕਿ ਪ੍ਰੋਡਕਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਪਣੇ ਆਪ ਹੀ ਆਟੋਮੈਟਿਕਲੀ ਪਾਸ ਕਰ ਦਿੰਦੀਆਂ ਨੇ। UPS increases production efficiently 50 to 30%। UPS ਦਾ ਇਸਤੇਮਾਲ ਕਰਕੇ ਅਸੀਂ ਆਪਣੀ ਪ੍ਰੋਡਕਸ਼ਨ ਨੂੰ ਹੋਰ ਵੀ 15 ਤੋਂ 30% ਤੱਕ ਹੋਰ ਵੀ ਵਧਾ ਸਕਦੇ ਆ, ਐਫੀਸ਼ੀਐਂਟਲੀ ਕੰਮ ਕਰ ਸਕਦੇ ਆ। ਸਪੋਰਟ ਮਲਟੀ ਆਰਡਰ, ਮਲਟੀ ਸਟਾਈਲ ਐਂਡ ਸਮਾਲ ਬੈਚਸ ਪ੍ਰੋਡਕਸ਼ਨ। UPS ਦੇ ਅੰਦਰ ਕੰਮ ਕਰਨ ਦੇ ਨਾਲ ਅਸੀਂ ਮਲਟੀ ਕਲਰ ਦੇਖ ਸਕਦੇ ਆ, ਜਿਸ ਤਰ੍ਹਾਂ ਸ਼ਰਟ ਦਾ ਆਰਡਰ, ਟਰਾਊਜ਼ਰ ਦਾ ਆਰਡਰ, ਮਲਟੀ ਸਟਾਈਲ ਅਲੱਗ-ਅਲੱਗ ਸਟਾਈਲਸ ਦੇ ਆਰਡਰਸ ਨੂੰ ਪੂਰਾ ਕਰ ਸਕਦੇ ਆ ਤੇ ਛੋਟੇ ਬੈਚ ਦੀ ਜਿਹੜੀ ਪ੍ਰੋਡਕਸ਼ਨ ਹੈ ਬਹੁਤ ਆਸਾਨੀ ਦੇ ਨਾਲ ਤੇ ਵਧੀਆ ਇਫੈਕਟਿਵ ਤੌਰ ਤੇ ਕਰ ਸਕਦੇ ਆ। ਈਜ਼ੀ ਐਂਡ ਐਫੀਸ਼ੀਐਂਟ ਸਟਾਫ ਅਸਾਈਨਮੈਂਟ ਵਿਦ ਮਿਨੀਮਮ ਹਿਊਮਨ ਰਿਸੋਰਸਿਸ। ਘੱਟ ਤੋਂ ਘੱਟ ਲੋਕਾਂ ਦਾ ਯੂਜ਼ ਕਰਕੇ ਅਸੀਂ ਐਫੀਸ਼ੀਐਂਟ ਜਿਹੜੀ ਹੈ ਬਹੁਤ ਹੀ ਆਸਾਨੀ ਨਾਲ ਐਫੀਸ਼ੀਐਂਟਲੀ ਕਾਰੀਗਰਾਂ ਦੀ ਜਿਹੜੀ ਕੁਸ਼ਲਤਾ ਹੈ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ ਹਾਂ। ਇੰਪਰੂਵਡ ਲੀਡ ਟਾਈਮਲੈਸ ਵਰਕ ਇਨ ਪ੍ਰੋਸੈਸ। ਵਰਕ ਇਨ ਪ੍ਰੋਸੈਸ ਦੇ ਵਿੱਚ ਜਿਹੜਾ ਟਾਈਮ ਲੱਗਦਾ ਹੈ ਉਹਦੇ ਵਿੱਚ ਵੀ ਬਹੁਤ ਇੰਪਰੂਵਮੈਂਟ ਹੁੰਦੀ ਹੈ। ਇੰਪਰੂਵ ਸਪੇਸ ਯੂਟਿਲਾਈਜੇਸ਼ਨ, ਜਿਹੜੀ ਜਗ੍ਹਾ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਯੂਟਿਲਾਈਜੇਸ਼ਨ ਜਿਹੜੀ ਲੋੜ ਪੈਂਦੀ ਬਹੁਤ ਹੀ ਜ਼ਰੂਰਤ ਪੈਂਦੀ ਹੈ। ਸੋ
better handling of garment without touching the floor। ਅਸੀਂ ਕੱਪੜਾ ਜਿਹੜਾ ਵੈ ਹੈਂਗਰਸ ਤੇ ਬਾਰ-ਬਾਰ ਡਿਸਪਲੇ ਹੋਈ ਜਾਂਦਾ ਹੈ, ਬਾਰ-ਬਾਰ ਉੱਤੇ ਰੱਖਿਆ ਜਾਂਦਾ ਹੈ, ਇਸ ਕਰਕੇ ਕੱਪੜਾ ਨੀਚੇ ਨਹੀਂ ਕਰਦਾ ਤੇ ਉਹਨੂੰ ਕੋਈ ਡਸਟ ਜਾਂ ਸਟੇਨ ਨਹੀਂ ਲੱਗਦਾ ਜਿੱਤੇ ਸਾਨੂੰ ਐਕਸਟਰਾ ਟਾਈਮ ਲਗਾਉਣਾ ਪੈ ਸਕੇ। no chance of serial and sequence mistake। ਸੀਰੀਅਲ ਦੇ ਵਿੱਚ ਵੀ ਕੋਈ ਮਿਸਟੇਕ ਨਹੀਂ ਹੁੰਦੀ। ਜੇ ਐਲ ਸਾਈਜ਼ ਦਾ ਸਮਾਨ ਬੰਦਾ ਪਿਆ ਹੈ ਤੇ ਪਹਿਲੇ ਸਾਰਾ ਐਲ ਸਾਈਜ਼ ਦਾ ਤਿਆਰ ਹੁੰਦਾ ਹੈ, ਜੇ मीडियम साइज का तैयार होता है फिर मीडियम साइज का होता है ते इस करके सीक्वेंस दे विच ते सीरियल नंबर दे विच कोई मिस्टेक नहीं होंदी। आउटपुट इज ऑटोमैटिकली रिकॉर्डेड। आउटपुट जिहड़ी है कितनी आउटपुट है, कितना उत्पादन किया है, एक कारीगर ने कितना किया है ते बाकी कितना टोटल उत्पादन कितना होया है, यह सारा कुछ जिहड़ा है ਉਹ ਜਿਹੜਾ ਰਿਕਾਰਡ ਮੇਨਟੇਨ ਜਿਹੜਾ ਅਸੀਂ ਕਰਨਾ ਹੁੰਦਾ ਹੈ ਉਹ ਬਹੁਤ ਈਜ਼ੀ ਹੋ ਜਾਂਦਾ ਹੈ ਕਿਉਂਕਿ ਕੰਪਿਊਟਰ ਕੰਟਰੋਲਡ ਮਸ਼ੀਨਸ ਹੁੰਦੀਆਂ ਨੇ ਤੇ ਕੰਪਿਊਟਰ ਕੰਟਰੋਲ ਸਾਰਾ ਕੁਝ ਚੱਲ ਰਿਹਾ ਹੁੰਦਾ ਹੈ, ਜਿਸ ਕਾਰਨ ਰਜਿਸਟਰ ਤੇ ਮੇਨਟੇਨ ਕਰਨਾ ਸਾਨੂੰ ਜਿਹੜਾ ਐਕਸਟਰਾ ਟਾਈਮ ਜਿੱਤੇ ਡਿਵੋਟ ਕਰਨਾ ਪੈਂਦਾ ਹੈ ਉਹ ਨਹੀਂ ਦੇਣਾ ਪੈਂਦਾ। ਕੰਪਿਊਟਰਾਈਜ਼ਡ ਹੋਣ ਕਰਕੇ ਸਭ ਕੁਝ ਜਿਹੜਾ ਹੈ ਆਸਾਨੀ ਨਾਲ ਹੋ ਜਾਂਦਾ ਹੈ। ਇਨਕਰੀਜ਼ ਐਂਟਰਪ੍ਰਾਈਜ਼ ਇਮੇਜ, ਇਹਦੇ ਨਾਲ ਕੀ ਹੁੰਦਾ ਹੈ ਕਿ ਟਾਈਮ ਤੇ ਕੰਮ ਤੇ ਬਹੁਤ ਹੀ ਐਫੀਸ਼ੀਐਂਟਲੀ ਤੇ ਬਹੁਤ ਹੀ ਅੱਛੀ ਕੁਆਲਿਟੀ ਦੀ ਪ੍ਰੋਡਕਟ ਤਿਆਰ ਹੁੰਦਾ ਹੈ, ਜਿਹਦੇ ਨਾਲ ਜਿਹੜਾ ਤਿਆਰ ਕਰਨ ਵਾਲਾ ਨਿਰਮਾਤਾ ਹੁੰਦਾ ਹੈ ਉਹਦੀ ਇਮੇਜ ਮਾਰਕੀਟ ਦੇ ਵਿੱਚ ਹੋਰ ਵਧੀਆ ਹੋ ਜਾਂਦੀ ਹੈ ਤੇ ਉਹਨੂੰ ਡਿਮਾਂਡ ਜਿਹੜੀ ਹੈ ਪ੍ਰੋਡਕਟ ਦੀ ਹੋਰ ਆਣੀ ਸ਼ੁਰੂ ਹੋ ਜਾਂਦੀ ਹੈ। ਲੇਬਰ ਕਾਸਟ ਰਿਡਿਊਸਡ ਬਾय ਐਲੀਮੀਨੇਸ਼ਨ ਆਫ ਬੰਡਲ ਹੈਂਡਲਿੰਗ ਐਂਡ EMPLOYE ਅਟੈਂਡੈਂਸ ਇੰਪਰੂਵਡ। ਜਿਹੜੀ ਲੇਬਰ ਕਾਸਟ ਕੰਮ ਕਰਨ ਦੇ ਉੱਤੇ ਜਿਹੜੀ ਬੰਡਲ ਨੂੰ ਹੈਂਡਲ ਕਰਨ ਦੇ ਉੱਤੇ ਜਿਹੜੀ ਲੇਬਰ ਦੀ ਕਾਸਟ ਆਉਂਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ EMPLOYE ਦੀ ਜਿਹੜੀ ਅਟੈਂਡੈਂਸ ਹੈ ਉਹ ਇੰਪਰੂਵ ਹੋ ਜਾਂਦੀ ਹੈ ਕਿਉਂਕਿ ਸਾਰੇ ਮਿਲ ਕੇ ਕੰਮ ਕਰਦੇ ਨੇ। ਲੈਸ ਰਿਜੈਕਸ਼ਨ ਐਂਡ ਆਟੋਮੈਟਿਕ ਕਾਊਂਟਿੰਗ ਆਫ ਦਾ ਫਿਨਿਸ਼ ਪ੍ਰੋਡਕਟ, ਕੰਪਿਊਟਰਾਈਜ਼ਡ ਹੋਣ ਦੇ ਕਾਰਨ ਇੱਕ ਤਾਂ ਰਿਜੈਕਸ਼ਨ ਜਿਹੜੀ ਹੈ ਪ੍ਰੋਡਕਟ ਕੁਆਲਿਟੀ ਦਾ ਬਣਦਾ ਹੈ, ਰਿਜੈਕਸ਼ਨ ਦੀ ਚਾਂਸਸ ਵੀ ਘੱਟ ਹੁੰਦੇ ਹੈ ਤੇ ਉਹਨਾਂ ਦੀ ਕਾਊਂਟਿੰਗ ਪ੍ਰੋਡਕਟ ਦੀ ਬਹੁਤ ਹੀ ਆਸਾਨ ਹੁੰਦੀ ਹੈ। ਰਿਕੁਆਇਰਡ ਮਿਨੀਮਮ ਵਾਇਰਿੰਗ ਡਿਊ ਟੂ ਦਾ गारमेंट पीसेस। गारमेंट पीसेस तुसी दे मैं तानू जिक्र कीता है कि हर स्टेप ते जिहड़े हैंगर ते डिस्पले हो जांदे है ते इस करके उन्हां नू वट नहीं पैंदे ते आयरनिंग दी जिहड़ी उन्हां नू प्रैस करन दी भी जिहड़ी है लोड़ है वो घट जांदी है। नेक्स्ट disadvantages of unit production system। ਹੁਣ unit production system ਦੇ disadvantage ਕੀ ਹੈ? huge amount of cost and installing a UPS include cost of buying equipment। ਤਿਆਰ ਪ੍ਰੋਡਕਟ ਨੂੰ ਜਿਹੜਾ ਅਸੀਂ UPS ਸਿਸਟਮ ਦੇ ਅੰਦਰ ਲਾਗੂ ਕਰਦੇ ਆ ਨੂੰ ਲਾਗੂ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਕੰਪਿਊਟਰਾਈਜ਼ਡ ਮਸ਼ੀਨਾਂ ਨੂੰ ਖਰੀਦਣ ਲਈ ਭਾਰੀ ਕੀਮਤ ਚੁਕਾਣੀ ਪੈਂਦੀ ਹੈ, ਭਾਰੀ ਖਰਚਾ ਸਾਨੂੰ ਚੁਕਾਉਣਾ ਪੈਂਦਾ ਹੈ। ਸਪੈਸ਼ਲ ਟ੍ਰੇਨਿੰਗ ਰਿਕੁਆਇਰਡ ਫॉर ਦਾ ਸਿਸਟਮ ਐਂਡ ਫॉर ਦਾ EMPLOYEES ਜਿਹੜੇ ਹੈ ਕੰਪਿਊਟਰਾਈਜ਼ਡ ਸਿਸਟਮ ਹੋਣ ਕਾਰਨ ਕਾਰੀਗਰਾਂ ਨੂੰ ਖਾਸ ਕਿਸਮ ਦੀ ਟ੍ਰੇਨਿੰਗ ਦੇਣੀ ਪੈਂਦੀ ਹੈ ਤੇ ਪ੍ਰੋਪਰ ਪਲੈਨਿੰਗ ਇਜ਼ ਰਿਕੁਆਇਰਡ ਟੂ ਬੀ ਇਫੈਕਟਿਵ। ਪ੍ਰੋਪਰ ਪਲੈਨਿੰਗ ਕਰਨੀ ਪੈਂਦੀ ਹੈ ਤਾਂ ਕਿ ਜਿਹੜਾ ਕੰਮ ਹੈ ਸੁਚਾਰੂ ਢੰਗ ਦੇ ਨਾਲ ਹੋ ਸਕੇ। The payback period of the investment takes a long period। UPS system लागू करन लई मशीनरी खरीदन लई ते उसदी पेमेंट लई बहुत ज्यादा टाइम लग जाता है, इस करके साडे को बहुत ज्यादा इन्वेस्टमेंट टाइम दी चाहिदी हुंदी है। वैरायटी ऑफ स्टाइल्स एंड लेस क्वांटिटी आर नॉट इफेक्टिव इन दिस सिस्टम। ए कंप्यूटराइज्ड होने के कारण बहुत ही ਕਾਰਨ ਇਹਦੇ ਵਿੱਚ ਜੇ ਤੁਸੀਂ ਚਾਹੋ ਕਿ ਛੋਟੀ ਕੁਆਂਟੀਟੀ ਦੇ ਵਿੱਚ ਅਸੀਂ ਪ੍ਰੋਡਕਸ਼ਨ ਕਰੀਏ ਤੇ ਉਹ ਪੋਸੀਬਲ ਨਹੀਂ ਹੁੰਦੀ। ਇਹ ਜਿਹੜਾ ਸਿਸਟਮ ਹੈ ਲਾਰਜ ਕੁਆਂਟੀਟੀ ਪ੍ਰੋਡਕਟਸ ਨੂੰ ਬਣਾਉਣ ਵਾਸਤੇ ਬਣਿਆ ਹੋਇਆ, ਸੋ ਇਹਦੀ ਸਿਸਟਮ ਦੀ ਜਿੱਥੇ ਲਾਰਜ ਕੁਆਂਟੀਟੀ ਬਣਦੀ ਹੈ ਉੱਥੇ ਹੀ ਜ਼ਿਆਦਾ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੋਪਰ ਮੇਨਟੇਨਿੰਗ ਆਫ ਇਕਵਿਪਮੈਂਟ ਐਂਡ ਮਸ਼ੀਨਰੀਜ਼ ਨੀਡਡ। ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ, ਹਾਈਲੀ ਐਡਵਾਂਸ ਮਸ਼ੀਨਾਂ ਯੂਜ਼ ਹੋਣ ਕਾਰਨ, ਕੰਪਿਊਟਰਾਈਜ਼ਡ ਮਸ਼ੀਨਾਂ ਯੂਜ਼ ਹੋਣ ਕਾਰਨ ਇਹਨਾਂ ਦੀ ਮੇਨਟੇਨੈਂਸ ਵੀ ਦੀ ਲੋੜ ਵੀ ਬਹੁਤ ਜ਼ਿਆਦਾ ਪੈਂਦੀ ਹੈ। ਨੈਕਸਟ ਹੈ ਸਾਡਾ ਮੋਡੂਲਰ ਪ੍ਰੋਗਰੈਸਿਵ ਸਿਸਟਮ, ਜਿਹੜਾ ਕਿ ਲਾਸਟ ਸਿਸਟਮ ਹੈ ਜਿਹਨੂੰ ਅਸੀਂ ਸਮਝਾਂਗੇ ਕਿ ਉਹ ਕੀ ਹੁੰਦਾ ਹੈ। ਅਸੀਂ ਹੁਣ ਮੋਡੂਲਰ ਪ੍ਰੋਡਕਸ਼ਨ ਸਿਸਟਮ ਦੇ ਬਾਰੇ ਜਾਣਕਾਰੀ ਲਵਾਂਗੇ। ਨੈਕਸਟ ਮੋਡੂਲਰ ਪ੍ਰੋਡਕਸ਼ਨ ਸਿਸਟਮ। ਫੀਚਰਸ ਆਫ ਮੋਡੂਲਰ ਪ੍ਰੋਡਕਸ਼ਨ ਸਿਸਟਮ ਦੇ ਕੀ ਫੀਚਰਸ ਹੁੰਦੇ ਨੇ? ਇਹਨੂੰ MPS ਵੀ ਕਿਹਾ ਜਾਂਦਾ ਹੈ। Usually U-shaped layout with more workplaces than operators। ਆਮ ਤੌਰ ਤੇ ਇਸ ਸਿਸਟਮ ਵਿੱਚ U ਸ਼ੇਪ ਦਾ ਲੇਆਊਟ ਮਤਲਬ ਜਿਹੜੀ ਮਸ਼ੀਨਾਂ ਹੈ U ਸ਼ੇਪ ਦੇ ਵਿੱਚ ਰੱਖੀਆਂ ਜਾਂਦੀਆਂ ਨੇ, ਜਿਸ ਵਿੱਚ ਕੰਮ ਕਰਨ ਵਾਲਿਆਂ ਨਾਲੋਂ ਕੰਮ ਕਰਨ ਦੀ ਜਗ੍ਹਾ ਵੱਧ ਹੁੰਦੀ ਹੈ। ਜਿਸ ਵਿੱਚ ਕੰਮ ਕਰਨ ਵਾਲਿਆਂ ਤੇ ਮਤਲਬ ਕੰਮ ਕਰਨ ਵਾਲੇ ਭਾਵੇਂ ਘੱਟ ਹੋਣ ਪਰ ਉਹਨਾਂ ਦੇ ਵਿੱਚ ਜਿਹੜਾ ਮਸ਼ੀਨ ਜਿਹੜੇ ਪਲਾਂਟ ਕੀਤੇ ਹੋਏ ਆ ਉਹਦੀ ਜਗ੍ਹਾ ਸਾਨੂੰ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। Required multi-skilled workers of machines to produce a finished garment। ਹੁਨਰਮੰਦ ਵਰਕਰਸ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਹਰ ਤਰ੍ਹਾਂ ਦਾ ਕੰਮ ਕਰ ਸਕਣ।
ਇੱਕ ਤਿਆਰ ਗਾਰਮੈਂਟ ਦੇ ਉਤਪਾਦਨ ਲਈ ਘੱਟ ਮਸ਼ੀਨਾਂ ਦੀ ਲੋੜ ਪੈਂਦੀ ਹੈ। Each operator performs approximately 2 to 4 operations depending on the product. ਪ੍ਰੋਡਕਟ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਵੀ ਕਿਹੜਾ ਪ੍ਰੋਡਕਟ ਅਸੀਂ ਰੈਡੀ ਕਰਨਾ ਹੈ, ਤੇ ਹਰ ਆਪਰੇਟਰ, ਹਰ ਕਾਰੀਗਰ ਨੂੰ 2 ਤੋਂ 4 ਜਿਹੜੇ ਆਪਰੇਸ਼ਨਸ, ਜੋ 2 ਤੋਂ 4 ਕੰਮ ਉਹਨੂੰ ਕਰਨੇ ਪੈਂਦੇ ਆ, ਜਿਸ ਤਰ੍ਹਾਂ ਕਿ ਸਟਿਚਿੰਗ ਕਰਨਾ, ਪਲੈਕਟਸ ਬਣਾਉਣਾ, ਬੈਕ ਸਟਿਚ ਕਰਨਾ, ਪਾਕਟ ਲਗਾਉਣਾ, ਕਈ ਵਾਰੀ 4-4 ਕੰਮ ਵੀ ਇੱਕ ਆਪਰੇਟਰ ਨੂੰ ਕਰਨੇ ਪੈਂਦੇ ਆ। ਵਰਕ ਫਲੋਰ ਇਜ਼ sequential. Workflow ਜਿਹੜਾ ਹੈ ਉਹ ਇੱਕ sequence ਕ੍ਰਮਵਾਰ ਹੁੰਦਾ ਹੈ। The operator stands, sit at the stations and rotate in different sewing machines to complete the operation. ਕੰਮ ਕਰਨ ਵਾਲੇ ਆਪਣੇ ਸਟੇਸ਼ਨ ਤੇ ਖੜੇ ਹੁੰਦੇ ਨੇ, ਬੈਠਦੇ ਹਨ ਅਤੇ ਕੰਮ ਨੂੰ ਪੂਰਾ ਕਰਨ ਲਈ ਵੱਖ-ਵੱਖ ਸਿਲਾਈ ਮਸ਼ੀਨਾਂ ਵਿੱਚ ਘੁੰਮਦੇ ਹਨ। ਮਤਲਬ ਜਿੱਥੇ-ਜਿੱਥੇ ਸਿਲਾਈ ਮਸ਼ੀਨਾਂ ਲੱਗੀਆਂ ਹੈ, ਜੇ ਉਹਨਾਂ ਨੂੰ ਕਿਤੇ ਲੋੜ ਪੈਂਦੀ ਹੈ ਕਿ ਇੱਥੇ ਕੋਈ ਜੀਨਸ ਦੇ ਉੱਤੇ ਸਿਲਾਈ ਟੌਪ ਸਟਿਚ ਲਗਾਉਣਾ ਹੈ, ਕਿਤੇ ਖਾਸ ਮਸ਼ੀਨ ਤੇ ਬਹੁਤ ਅੱਛੀ ਹੋਏਗੀ, ਤੇ ਉੱਥੇ ਚਲੇ ਜਾਂਦੇ ਨੇ। Full type production system in which the job order arrives from the last step to previous step. ਇਸ production system ਵਿੱਚ ਕੰਮ ਅਖੀਰਲੇ ਪੜਾਅ ਤੋਂ ਪਿਛਲੇ ਪੜਾਅ ਵੱਲ ਪਹੁੰਚਦਾ ਹੈ। Time spent per garment is so also little. ਇੱਕ garment ਬਣਾਉਣ ਲਈ time ਜਿਹੜਾ ਲੱਗਦਾ ਹੈ ਉਹ ਬਹੁਤ ਹੀ ਘੱਟ ਹੁੰਦਾ ਹੈ। ਜਿੱਦਾਂ ਕਿ example ਉਹਨਾਂ ਨੇ ਦਿੱਤੀ ਹੈ, ਟੀ-ਸ਼ਰਟਸ 3 ਮਿੰਟ ਦੇ ਵਿੱਚ ਬਣਦੀ ਹੈ, ਪੁੱਲ ਔਨ ਪੈਂਟਸ ਜਿਹੜੀਆਂ 6 ਮਿੰਟਾਂ 'ਚ ਤਿਆਰ ਕਰ ਲੈਂਦੇ ਨੇ ਉਹ, ਅਨਸਟਰਕਚਰਡ ਜੈਕਟ ਜਿਹੜੀ ਹੈ ਉਹ 25 ਮਿੰਟਾਂ 'ਚ ਤਿਆਰ ਕਰ ਦਿੰਦੇ ਹੈ। ਲਾਈਨਿੰਗ ਵਾਲਾ ਜਿਹੜਾ ਬਲੇਜ਼ਰ ਕੋਟ ਜਿਹਨੂੰ ਬਲੇਜ਼ਰ ਕਿਹਾ ਜਾਂਦਾ ਉਹ 40 ਮਿੰਟਾਂ 'ਚ ਤਿਆਰ ਕੀਤਾ ਜਾਂਦਾ ਹੈ, ਤੇ ਜਿਹੜਾ ਟੇਲਰ ਕੋਟ ਹੈ ਉਹ ਉਹਨੂੰ 120 ਮਿੰਟ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਸੋ ਟਾਈਮ ਜਿਹੜਾ ਤੇ ਗਾਰਮੈਂਟ ਲੱਗਦਾ ਬਹੁਤ ਹੀ ਘੱਟ ਲੱਗਦਾ ਹੈ ਬਣਾਉਣ 'ਚ। ਨੈਕਸਟ, ਐਡਵਾਂਟੇजेस। ਹੁਣ ਅਸੀਂ ਐਡਵਾਂਟੇजेस ਪੜਾਂਗੇ ਕਿ MPS ਤੇ ਮੋਡੂਲਰ ਪ੍ਰੋਡਕਸ਼ਨ ਸਿਸਟਮ ਦੇ ਐਡਵਾਂਟੇजेस ਕੀ ਨੇ। MPS ਲੀਡਸ ਟੂ ਕਾਸਟ ਸੇਵਿੰਗ। MPS ਜਿਹੜਾ ਹੁੰਦਾ ਹੈ ਮੋਡੂਲਰ ਪ੍ਰੋਡਕਸ਼ਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਕਾਸਟ ਦੀ ਜਿਹੜੀ ਹੈ ਬਹੁਤ ਬਚਤ ਹੁੰਦੀ ਹੈ, ਅਸੀਂ ਪੈਸੇ ਦੀ ਬਹੁਤ ਜ਼ਿਆਦਾ ਬਚਤ ਕਰ ਸਕਦੇ ਹਾਂ। This system is highly flexible with style changes and permits better line balancing. ਅਲੱਗ-ਅਲੱਗ ਸਟਾਈਲ ਦੇ ਕੱਪੜੇ ਤਿਆਰ ਕਰਨ ਵਿੱਚ ਇਹ ਸਿਸਟਮ ਬੜਾ ਹੀ ਲਚਕਦਾਰ ਹੈ ਅਤੇ ਵਧੀਆ ਆਪਸ ਦੇ ਤਾਲਮੇਲ ਵਿੱਚ ਵਾਧਾ ਕਰਦਾ ਹੈ। Enables fast throughput time, lower WIP and small batch size can be achieved. ਕੰਮ ਤੇਜ਼ੀ ਨਾਲ ਹੁੰਦਾ ਹੈ, ਛੋਟੇ ਹਿੱਸਿਆਂ ਵਿੱਚ ਕੰਮ ਨੂੰ ਕੀਤਾ ਜਾ ਸਕਦਾ ਹੈ। Peer pressure encourages a team spirit and discourages absenteeism. ਆਪਸੀ ਤਾਲਮੇਲ ਅਤੇ ਚੰਗਾ ਕੰਮ ਕਰਨ ਦੀ ਚਾਹ ਟੀਮ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਵਰਕਰਸ ਦੀ ਗੈਰ ਹਾਜ਼ਰੀ ਘੱਟ ਤੋਂ ਘੱਟ ਹੁੰਦੀ ਹੈ। Productivity of human labor, human ਕਾਰੀਗਰ ਦੀ ਉਤਪਾਦਨ क्षमता ਜਿਹੜੀ ਆ ਉਹ ਵੱਧ ਜਾਂਦੀ ਹੈ। Reducing supplies of unfinished product, ਅਧੂਰੇ ਉਤਪਾਦਨ ਦੀ ਸਪਲਾਈ ਜਿਹੜੀ ਹੈ ਘਟਦੀ ਹੈ। Requires less floor space, ਘੱਟ ਤੋਂ ਘੱਟ ਜਗ੍ਹਾ ਦੀ ਜ਼ਰੂਰਤ ਪੈਂਦੀ ਹੈ। Improved quality of the product, ਜਿਹੜਾ ਪ੍ਰੋਡਕਟ ਅਸੀਂ ਤਿਆਰ ਕਰਦੇ ਹਾਂ ਉਹਦੀ ਕੁਆਲਿਟੀ ਦੇ ਵਿੱਚ ਕਾਫੀ ਇੰਪਰੂਵਮੈਂਟ ਹੁੰਦੀ ਹੈ। Disadvantages ਕੀ ਹੈ, ਹੁਣ ਅਸੀਂ ਇਹਦੇ ਲਾਭ ਤੋਂ ਬਾਅਦ ਹਾਨੀ ਪੜਾਂਗੇ ਕਿ ਇਹਨਾਂ ਦੀਆਂ ਹਾਨੀਆਂ ਕੀ ਹੈ ਸਿਸਟਮ ਦੀਆਂ। High capital investment is needed in initial training workers to deal with several tasks at one station. ਇੱਕ ਜਗ੍ਹਾ ਤੇ ਕੰਮ ਕਰਨ ਵਾਲੇ ਮਲਟੀ ਟੈਲੈਂਟਡ ਵਰਕਰਸ ਦੀ ਜ਼ਰੂਰਤ ਕਾਰਨ ਉੱਚੀ ਪੂੰਜੀ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਮਤਲਬ ਕਿ ਉਹ ਵਰਕਰਸ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਆ, ਜਿਸ ਕਾਰਨ ਉਹਨਾਂ ਦੀ ਜਿਹੜੀ ਹੈ ਕਾਸਟ ਜਿਹੜੀ ਹੈ ਹਾਈ ਕਾਸਟ ਦੀ ਇਨਵੈਸਟਮੈਂਟ ਜਿਹੜੀ ਉਹਨਾਂ ਨੂੰ ਕਰਨੀ ਪੈਂਦੀ ਹੈ, ਜਿਹੜੇ ਵੀ ਇਹ ਸਿਸਟਮ ਨੂੰ ਯੂਜ਼ ਕਰਦੇ ਨੇ। This system requires a higher degree of communication and cooperation among operators, mechanics and supervisors. ਇਹਦੇ ਵਿੱਚ ਕੀ ਹੁੰਦਾ ਵੈ, ਇਸ ਸਿਸਟਮ ਵਿੱਚ ਕੰਮ ਕਰਨ ਵਾਲੇ ਵਰਕਰਸ, ਮਕੈਨਿਕ, ਸੁਪਰਵਾਈਜ਼ਰ ਦੀ ਆਪਸ ਵਿੱਚ ਚੰਗੀ ਗੱਲਬਾਤ ਜਾਂ ਤਾਲਮੇਲ ਜਾਂ ਸਹਿਯੋਗ ਬਹੁਤ ਜ਼ਰੂਰੀ ਹੈ, ਤਾਂ ਹੀ ਇਹ ਜਿਹੜਾ ਕੰਮ ਇਫੈਕਟਿਵਲੀ ਸਿਸਟਮ ਕਰ ਸਕਦਾ ਹੈ। Operators cannot develop the rhythm and pace of high performance. Team ਦੇ ਜਿਹੜੇ ਮੈਂਬਰਸ ਹੁੰਦੇ ਆ ਉਹ ਸਹੀ ਤਾਲਮੇਲ ਨਾ ਹੋਣ ਕਾਰਨ ਬੜੀਆਂ ਹੀ ਪ੍ਰੋਬਲਮਸ ਆ ਸਕਦੀਆਂ, ਜਿਸ ਨਾਲ ਪ੍ਰੋਡਕਸ਼ਨ ਜਿਹੜਾ ਵਾ ਉਹ ਘਾਟੇ ਵੱਲ ਜਾ ਸਕਦਾ ਹੈ। No harmony between team members can cause problems, thus loss in production. ਜਿਹਦੇ ਨਾਲ ਕੀ ਹੁੰਦਾ ਵਾ, ਪ੍ਰੋਡਕਸ਼ਨ ਦੀ ਜਿਹੜੀ ਗਿਣਤੀ ਹੈ, ਪ੍ਰੋਡਕਸ਼ਨ ਜਿਹੜੀ ਇੱਕ ਟਾਈਮ ਤੇ ਹੋਣ ਵਾਲੀ ਹੁੰਦੀ ਹੈ ਉਹ ਟਾਈਮ ਤੇ ਨਹੀਂ ਹੁੰਦੀ, ਕਿਉਂਕਿ ਆਪਸ ਦੇ ਵਿੱਚ ਇਹਨਾਂ ਦੇ ਹਾਰਮਨੀ depend on the team for whole production. ਪੂਰੇ ਉਤਪਾਦਨ ਲਈ ਟੀਮ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਸੋ ਇਹ ਸੀ ਸਾਡੇ 3
ਜਿਹੜੇ ਅਸੀਂ ਪ੍ਰੋਡਕਸ਼ਨ ਸਿਸਟਮ, ਇੰਡੀਵਿਜੂਅਲ ਪ੍ਰੋਡਕਸ਼ਨ ਸਿਸਟਮ ਅਸੀਂ ਪੜ੍ਹਿਆ ਅੱਜ, ਹੋਰ ਅਸੀਂ ਪ੍ਰੋਗਰੈਸਿਵ ਬੰਡਲ ਸਿਸਟਮ ਪੜ੍ਹਿਆ ਵਾ, ਯੂਨਿਟ ਪ੍ਰੋਡਕਸ਼ਨ ਸਿਸਟਮ ਪੜ੍ਹਿਆ ਹੈ। ਸੋ ਇਹ ਸਾਰੇ ਤਿੰਨੋਂ ਪ੍ਰੋਡਕਸ਼ਨ ਸਿਸਟਮ ਸੀ ਤੇ ਬੁਟੀਕ ਦੇ ਬਾਰੇ ਜਾਣਕਾਰੀ ਦਿੱਤੀ ਹੈ ਮੈਂ ਤੁਹਾਨੂੰ, ਜਿਹਦੇ ਨਾਲ ਅਸੀਂ ਕੱਲ ਨੂੰ ਅਸੀਂ ਜੇ ਆਪਣਾ ਪ੍ਰੋਡਕਸ਼ਨ ਹਾਊਸ ਖੋਲਣਾ ਹੋਏ ਤੇ ਸਾਨੂੰ ਇਹ ਸਿਸਟਮਸ, ਇਹ ਬੁਟੀਕਸ ਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਅਸੀਂ ਆਪਣਾ ਬੁਟੀਕ ਜਾਂ ਪ੍ਰੋਡਕਸ਼ਨ ਹਾਊਸ ਖੋਲ ਸਕਦੇ ਹਾਂ। ਸੋ ਮਿਸ਼ਨ ਫਤਿਹ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ। ਸਾਡੀ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਕੈਂਪੇਨ ਚਲਾਇਆ ਹੈ, ਜਿਹਦੇ ਤਹਿਤ ਸਾਨੂੰ ਇਕਜੁੱਟ ਹੋ ਕੇ ਜਿਹੜੀ ਕਰੋਨਾ ਵਾਇਰਸ ਮਹਾਮਾਰੀ ਚੱਲ ਰਹੀ ਹੈ ਉਤੋਂ ਅਸੀਂ ਦੂਰ ਹੋਣਾ ਹੈ, ਉਹਨੂੰ ਅਸੀਂ ਰੋਕਣ ਦੇ ਵਿੱਚ ਹਰ ਕੋਈ ਕੋਸ਼ਿਸ਼ ਕਰਨੀ ਹੈ। ਸੋ ਕੁਝ ਸਟੈਪਸ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ। ਸਟੈਪ ਨੰਬਰ 1 ਜਿਹੜਾ ਵੈ, ਸਟੇ ਹੋਮ, ਘਰ ਵਿੱਚ ਰਹੋ, ਵੱਧ ਤੋਂ ਵੱਧ ਘਰ ਵਿੱਚ ਰਹੋ, ਜੇ ਜ਼ਰੂਰੀ ਕੋਈ ਕੰਮ ਹੈ ਤਾਂ ਹੀ ਬਾਹਰ ਜਾਓ। ਸਟੈਪ ਨੰਬਰ 2, ਕੀਪ ਅ ਸੇਫ ਡਿਸਟੈਂਸ, ਆਪਸ ਦੇ ਵਿੱਚ 2 ਗਜ ਦੀ ਦੂਰੀ ਜਿਹੜੀ ਬਣਾਏ ਰੱਖੋ ਤਾਂ ਕਿ ਤੁਹਾਡਾ ਜਿਹੜਾ ਵਾ ਸੋਸ਼ਲ ਡਿਸਟੈਂਸ ਅਸੀਂ ਮੇਨ ਕਰ ਸਕੀਏ। ਸਟੈਪ ਨੰਬਰ 3, ਵਾਸ਼ ਹੈਂਡਸ ਓਫਨ, ਆਪਣੇ ਹੱਥ ਨੂੰ ਬਾਰ-ਬਾਰ ਧੋਂਦੇ ਰਹੋ, 20 ਮਿੰਟਾਂ ਤੱਕ ਧੋਵੋ ਐਟਲੀਸਟ। ਸਟੈਪ ਨੰਬਰ 4, 20 ਸੈਕਿੰਡ ਤੱਕ ਧੋਵੋ, ਸੌਰੀ। ਕਵਰ ਯੂਰ ਕਫ, ਆਪਣੇ ਕਫ ਨੂੰ ਕਵਰ ਕਰਕੇ ਰੱਖੋ। ਜੇ ਤੁਹਾਨੂੰ ਖਾਂਸੀ ਜ਼ੁਕਾਮ ਹੋ ਗਿਆ ਤੇ ਟਿਸ਼ੂ ਪੇਪਰ ਦਾ ਇਸਤੇਮਾਲ ਕਰੋ ਜਾਂ ਕਿਸੇ ਹੈਂਕੀ ਦਾ ਇਸਤੇਮਾਲ ਕਰੋ ਤਾਂ ਕਿ ਤੁਹਾਡਾ ਜਿਹੜਾ ਕਫ ਹੈ ਉਹ ਕਿਸੇ ਹੋਰ ਨੂੰ ਇਨਫੈਕਟ ਨਾ ਕਰ ਸਕੇ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਬਿਮਾਰ ਹੋ, ਤੁਹਾਨੂੰ ਖਾਂਸੀ ਜਾਂ ਜ਼ੁਕਾਮ ਤੁਹਾਡਾ ਠੀਕ ਨਹੀਂ ਹੋ ਰਿਹਾ ਤੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕਰੋਨਾ ਵਾਇਰਸ ਹੋ ਗਿਆ, ਤੇ ਤੁਸੀਂ ਹੈਲਪਲਾਈਨ ਨੰਬਰ 104 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਆਪਣੀ ਪ੍ਰੋਬਲਮ ਉਹਨਾਂ ਨੂੰ ਦੱਸ ਕੇ ਲੋੜੀਂਦੀ ਜਿਹੜੀ ਸੇਵਾ ਹੈ ਉਹ ਤੁਸੀਂ ਲੈ ਸਕਦੇ ਹੋ। ਤੁਸੀਂ ਮਿਸ਼ਨ ਫਤਿਹ ਦੇ ਅਕੋਰਡਿੰਗਲੀ ਸਾਡਾ ਸਭ ਦਾ ਇੱਕ ਮਿਸ਼ਨ ਰਹਿਣਾ ਚਾਹੀਦਾ ਹੈ ਕਿ ਅਸੀਂ ਕਰੋਨਾ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣਾ ਹੈ, ਇਹਨੂੰ ਵਧਣ ਤੋਂ ਰੋਕਣਾ ਹੈ। ਹਾਂਜੀ, ਕੁਐਰੀਜ਼? ਸੋ ਕਿਸੇ ਦੀ ਕੁਐਰੀਜ਼ ਮੈਨੂੰ ਦੱਸੋ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਗੁਰਪ੍ਰੀਤ ਕੌਰ ਆ, ਰੁਪਿੰਦਰ ਮੈਮ ਦੀ ਸਟੂਡੈਂਟ ਬ੍ਰਿਗੇਡ ਤੋਂ। ਹਾਂਜੀ 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 ਹਾਂਜੀ, ਕੀ ਹਾਲ ਮੈਮ? ਸੋ ਬਹੁਤ ਵਧੀਆ ਜੀ, ਤੁਸੀਂ ਸੁਣਾਓ ਬੇਟਾ, ਠੀਕ ਹੋ? ਹਾਂਜੀ ਮੈਮ ਠੀਕ। ਹਾਂਜੀ ਮੈਮ, ਮੈਨੂੰ ਬੜੀ ਲੋੜ ਸੀ ਇਹ ਟੌਪਿਕ ਜਿਹੜੀ ਤੁਸੀਂ ਸਮਝਾਇਆ ਨਾ ਬੁਟੀਕ ਤੇ, ਮੈਂ ਸ਼ੁਰੂ ਹਾਂਜੀ ਕੀਤਾ ਹਾਂਜੀ ਹੋਇਆ ਘਰ ਕੰਮ ਤੇ ਅੱਛਾ ਮੈਨੂੰ ਅੱਛਾ, ਬੜੀ ਨੀਡ ਸੀਗੀ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਜੀ, ਬਹੁਤ ਥੈਂਕ ਯੂ। ਵਧੀਆ ਲੱਗਿਆ ਲੈਕਚਰ ਤੁਹਾਡਾ ਸੁਣ ਕੇ, ਬੜਾ ਵਧੀਆ ਹਾਂਜੀ ਸੀ, ਮੈਨੂੰ ਬੜੀ ਨੀਡ ਸੀ। ਹਾਂਜੀ ਹਾਂਜੀ, ਓਕੇ ਮੈਮ, ਥੈਂਕ ਯੂ ਹਾਂਜੀ ਮੈਮ। ਠੀਕ ਹੈ ਜੀ। ਓਕੇ। ਹਾਂਜੀ, ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤੇ ਉਹ ਪਲੀਜ਼ ਮੈਨੂੰ ਪੁੱਛੋ। ਐਨੀ ਕੁਐਸਚਨਸ? ਤੁਸੀਂ ਹੱਥ ਵੀ ਆਪਣਾ ਰੇਜ਼ ਕਰ ਸਕਦੇ ਹੋ। विभा मैम, ਹਾਂਜੀ ਹਾਂਜੀ मैं उपासना बोल रही हूँ। ਹਾਂਜੀ, ਉਪਾਸਨਾ ਮੈਮ, ਕੀ ਹਾਲ ਹੈ, ਠੀਕ ਹੋ? हाँ ठीक है, वधिया। ਹਾਂਜੀ मैं ਸਰਪ੍ਰਾਈਜ਼ ਕਿ ਤੁਸੀਂ ਸਾਰੇ ਇੰਸਟ੍ਰਕਟਰ ਸਭ ਇੰਨੀ ਮਿਹਨਤ ਨਾਲ ਇੰਨੀ ਅੱਛੀ ਪੀਪੀਟੀ ਤਿਆਰ ਕਰਦੇ ਹੋ, ਇੰਨੀ ਬਰੀਕੀ ਨਾਲ ਬੱਚਿਆਂ ਦੇ ਕੋਲ ਲੈ ਕੇ ਆਉਂਦੇ ਹੋ, ਮਾਈਂਡ ਬਲੋਇੰਗ। ਮਤਲਬ ਕਿ ਐਪਰੀਸ਼ੀਏਸ਼ਨ ਵਾਲੀ ਹੈ ਕਿ ਇੰਨੀ ਅੱਛਾ, ਇੰਨੀ ਇੱਕ ਇੱਕ ਚੀਜ਼ ਤੁਸੀਂ ਬੱਚਿਆਂ ਨੂੰ ਬੜੀ ਬਰੀਕੀ ਨਾਲ ਦੱਸਦੇ ਨੇ ਔਰ ਸਾਰੇ ਇੰਸਟ੍ਰਕਟਰ ਸਾਹਿਬਾਨ ਇੰਨੀ ਮਿਹਨਤ ਕਰਦੇ ਨੇ। ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ। ਮੈਂ ਕਈ ਵਾਰ ਸੋਚਦੀ ਹਾਂ ਕਿ ਮੈਂ ਪ੍ਰਾਊਡ ਹੀ ਹੋ ਗਈ ਹਾਂ ਅੱਜ ਕੱਲ੍ਹ ਕਿ ਮੇਰੇ ਨਾਲ ਦੇ ਇੰਸਟ੍ਰਕਟਰ ਸਾਹਿਬਾਨ ਬਹੁਤ ਮਿਹਨਤ ਕਰ ਰਹੇ ਨੇ। ਥੈਂਕ ਯੂ ਮੈਮ। ਸੋ ਮਚ ਹੈ ਤੇ ਮੈਮ ਤੁਸੀਂ ਵਧਾਉਂਦੇ ਹੋ, ਸਾਨੂੰ ਹੌਸਲਾ ਦਿੰਦੇ ਹੋ, ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਥੈਂਕ ਯੂ ਸੋ ਮਚ ਮੈਮ। ਹਾਂਜੀ ਨਹੀਂ ਵਿਭਾ ਮੈਮ, ਬਹੁਤ ਅੱਛਾ ਲੈਕਚਰ, ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਮੈਮ। ਹਾਂਜੀ, ਕਿਸੇ ਦੇ ਕੁਐਸਚਨਸ ਹੈ ਤੇ ਪਲੀਜ਼ ਪੁੱਛੋ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਸੁਨੀਤਾ ਗੁਰਦਾਸਪੁਰ ITI ਤੋਂ ਬੋਲਦੀ ਪਈ ਹਾਂ। ਹਾਂਜੀ ਹਾਂਜੀ, ਮੈਮ ਤੁਹਾਡਾ ਲੈਕਚਰ ਬਹੁਤ ਵਧੀਆ ਸੀ ਔਰ ਸਾਨੂੰ ਬਹੁਤ ਥੈਂਕ ਯੂ ਜੀ। ਚੰਗੀ ਤਰ੍ਹਾਂ ਸਮਝ ਆਈ ਹੈ। ਔਰ ਮੈਮ ਇੱਕ ਠੀਕ, ਥੋੜੀ ਜਿਹੀ ਰਿਕੁਐਸਟ ਹੈ ਕਿ ਜਿੱਦਾਂ ਟੀਚਰ ਹਾਂਜੀ ਟ੍ਰੇਨਿੰਗ ਦੀ ਸਟੂਡੈਂਟ ਆ ਮੈਂ, ਟੀਚਰ ਟ੍ਰੇਨਿੰਗ 'ਚ ਮੈਮ POE ਦਾ ਲੈਸਨ ਕੋਈ ਸਾਨੂੰ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਕਰਵਾ ਦਿਓ ਪਲੀਜ਼। ਹਾਂਜੀ ਜ਼ਰੂਰ ਜੀ, ਤੁਹਾਡੀ ਹੈ ਜਿਹੜੀ ਹੈ ਜੋ ਤੁਹਾਡੀ ਰਿਕੁਆਇਰਮੈਂਟ, ਅਸੀਂ ਉਹਨੂੰ ਜ਼ਰੂਰੀ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਹਾਂਜੀ ਮੈਮ, ਲੋਕਡਾਊਨ ਹੋਣ ਦੇ ਕਰਕੇ ਦੇਖੋ ਅਸੀਂ POE ਦੇ ਸਾਡੇ ਲੈਕਚਰ ਲੱਗਦੇ ਕਾਲਜ 'ਚ, ਪਰ ਹਾਂਜੀ ਬਹੁਤ ਰਹਿ ਗਈ ਹੈ ਵਿੱਚੋਂ ਲੈਸਨ ਕਈ ਏਦਾਂ ਦੇ ਸਾਨੂੰ ਟੌਪਿਕ ਕੁਝ ਨਹੀਂ ਸਮਝ ਆਉਂਦੇ POE ਦੇ। ਮੈਮ ਪਲੀਜ਼, ਹਾਂਜੀ ਸਾਨੂੰ ਬਹੁਤ ਲੋੜ ਹੈ ਇਹਦੀ।
ਸਾਡੇ ਲੈਕਚਰ ਪੀਓਈ ਦੇ ਲਗਾਏ ਜਾਣਗੇ ਟੀਚਰ ਹਾਂਜੀ ਟ੍ਰੇਨਿੰਗ। ਹਾਂਜੀ ਬੇਟਾ ਤੁਹਾਡੀ ਇਹ ਅਗਲੇ ਲਗਾਏ ਹਫਤੇ ਜਾਣਗੇ। ਜਲਦੀ ਹੀ ਪੂਰੀ ਹੋ ਜਾਣਗੇ ਅਗਲੇ ਹਫਤੇ। ਹਾਂਜੀ 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 ਅਗਲੇ ਹਫਤੇ ਜ਼ਰੂਰ ਤੁਹਾਡੀ ਇਹ ਇੱਛਾ ਪੂਰੀ ਕੀਤੀ ਜਾਏਗੀ, ਛੇਤੀ ਤੋਂ ਛੇਤੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ ਮੈਮ, ਥੈਂਕ ਯੂ ਮੈਮ। ਹਾਂਜੀ 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 ਕਿਸੇ ਦੇ ਕੁਐਸਚਨਸ ਹੈ ਤੇ ਹੋਰ ਪੁੱਛੋ ਬੱਚਾ। ਹਾਂਜੀ ਕੋਈ ਕੁਐਰੀਜ਼ ਹੈ ਤੇ ਪਲੀਜ਼। जी मैम करिए ओवर जी। मैम लास्ट स्लाइड आ जाए फिर। जी बिल्कुल जी। हाँ जी नवजोत सर लास्ट स्लाइड। सो मैं फिर ਤੁਹਾਡਾ ਬਹੁਤ ਪਾਰਟਿਸਪੈਂਟਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਲੈਕਚਰ ਸੁਣਿਆ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਬੁਟੀਕ ਤੇ ਜਿਹੜਾ ਗਾਰਮੈਂਟ ਯੂਨਿਟ ਹੈ ਉਹਦੀ ਡਿਟੇਲ ਚ ਨੌਲੇਜ ਪ੍ਰੋਵਾਈਡ ਕਰ ਸਕਾਂ। ਸੋ ਮੇਰਾ ਕੰਟੈਕਟ ਨੰਬਰ ਹੈ ਜੇ ਤੁਹਾਨੂੰ ਕੋਈ ਕੁਐਸਚਨਸ ਪੁੱਛਣੇ ਜਾਂ ਕੋਈ ਵੀ ਕਿਸੇ ਵੀ ਰਿਲੇਟਡ ਕੋਈ ਕੁਐਰੀ ਹੈ ਤੇ ਤੁਸੀਂ ਮੈਨੂੰ ਫੋਨ ਨੰਬਰ ਮੇਰਾ ਲਿਖਿਆ ਗਿਆ ਹੈ ਨੀਚੇ 8284849005। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ chahanvibha17@yahoo.in। ਮੈਂ ਅਖੀਰ ਦੇ ਵਿੱਚ ਆਪਣੇ ਡਿਪਟੀ ਡਾਇਰੈਕਟਰ ਮਿਸਟਰ ਵਿਜੇਂਦਰ ਧਵਨ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਪਲੇਟਫਾਰਮ ਦਿੱਤਾ ਨਿੰਮੀ ਦਾ ਤੇ ਤਾਂ ਮੈਂ ਤੁਹਾਡੇ ਅੱਗੇ ਨਾਲ ਰੂਬਰੂ ਹੋ ਸਕੀ ਤੇ ਤੁਹਾਨੂੰ ਇਹ ਨੌਲੇਜ ਪ੍ਰੋਵਾਈਡ ਕਰ ਸਕੀ। ਥੈਂਕ ਯੂ। Thank you so much, ma'am. ਥੈਂਕ ਯੂ।